ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ ਯੂਰਪ ਤੋਂ ਇਲਾਵਾ ਦੇਸ਼ ਦੇਸ਼ਾਂਤਰਾਂ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਤੇ ਹਾਰਦਿਕ ਸਵਾਗਤ ਜਿਹੜੇ ਕਿ ਇਸ ਵੇਲੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ। ਸਾਰਿਆਂ ਨੂੰ ਹੀ ਨਿੱਘੀ ਜੀ ਆਇਆਂ ਨੂੰ। ਅੱਜ 30 ਮਾਰਚ ਤੇ ਨਾਲ ਦੀ ਨਾਲ ਚੇਤ ਮਹੀਨਾ 17 ਦਿਨ ਚਲਾ ਗਿਆ ਹੈ ਤੇ ਮਾਰਚ ਮਹੀਨਾ ਖਤਮ ਹੋ ਗਿਆ ਹੈ ਤੇ ਅਪ੍ਰੈਲ ਸ਼ੁਰੂ ਹੋਣ ਵਾਲਾ ਹੈ। ਔਰ ਸਾਰੇ ਹੀ ਦਰਸ਼ਕਾਂ ਨੂੰ ਅਸੀਂ ਜੇ ਕਹਿ ਦਈਏ ਕਿ ਇਹ ਜਿਹੜਾ ਹਫਤਾ ਹੈ ਇਹ ਬੜਾ ਹੀ ਭਾਗਾਂ ਭਰਿਆ ਹੈ, ਖਾਸ ਤੌਰ ਤੇ ਸਿੱਖ ਚੈਨਲ ਦੇ ਇਤਿਹਾਸ ਦੇ ਵਿੱਚ, ਸਿੱਖ ਚੈਨਲ ਦੀ ਹਿਸਟਰੀ ਦੇ ਵਿੱਚ, ਕਿਉਂਕਿ ਸਿੱਖ ਚੈਨਲ ਮਨਾਉਣ ਜਾ ਰਿਹਾ ਹੈ ਆਪਣੀ 13ਵੀਂ ਵਰ੍ਹੇਗੰਢ। ਸੋ ਇਸ ਕਰਕੇ ਨਾਲ ਦੀ ਨਾਲ ਅਸੀਂ ਦਰਸ਼ਕਾਂ ਨੂੰ ਵੀ ਸਿੱਖ ਚੈਨਲ ਦੇ ਵੱਲੋਂ ਵਧਾਈਆਂ ਪੇਸ਼ ਕਰਦੇ ਹਾਂ ਕਿ ਸਿੱਖ ਚੈਨਲ ਸੇਵਾ ਕਰ ਰਿਹਾ ਹੈ। ਸਾਰੀ ਦੁਨੀਆ ਦੇ ਵਿੱਚ ਪਹਿਲਾ ਪੰਜਾਬੀ ਚੈਨਲ ਹੈ ਜਿਸ ਨੇ ਪੰਜਾਬੀਅਤ ਦੇ ਝੰਡੇ ਗੱਡੇ ਤੇ ਨਾਲ ਦੀ ਨਾਲ ਦੁਨੀਆ ਭਰ ਦੇ ਸਾਰੇ ਮਿਲੀਅਨਸ ਸਿੱਖਾਂ ਨੂੰ, ਜੇ ਕਹਿ ਦਈਏ ਅਸੀਂ ਲੱਖਾਂ ਸਿੱਖਾਂ ਨੂੰ ਉਹਨਾਂ ਨੇ ਇਕੱਤਰ ਕੀਤਾ। ਤੇ ਨਾਲ ਦੀ ਨਾਲ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ 13 ਸਾਲ ਤੋਂ ਪਾ ਰਹੇ ਆ। ਤੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਤੁਹਾਨੂੰ ਦੱਸ ਦਈਏ, ਜਿਵੇਂ ਕਿ ਗੱਲ ਕੀਤੀ ਹੈ ਕਿ ਭਾਵੇਂ ਸਾਡੇ ਵਾਸਤੇ ਇੱਕ ਬੜਾ ਹੀ ਇਹ ਵਿਸ਼ੇਸ਼ ਹਫਤਾ ਹੈ ਔਰ ਨਾਲ ਦੀ ਨਾਲ ਇਸ ਸਪਤਾਹ ਐਂਡ ਦੇ ਉੱਤੇ ਵੀ ਜਿਹੜੀਆਂ ਕਾਰਵਾਈਆਂ ਹੋਣਗੀਆਂ। ਤੇ ਆਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੀ ਸ਼ੁਭ ਸਵੇਰ ਮੁਬਾਰਕ। ਉਮੀਦ ਹੈ ਤੁਹਾਡਾ ਦਿਨ ਸੋਹਣਾ ਤੇ ਵਧੀਆ ਚੜ੍ਹਿਆ ਹੋਵੇਗਾ ਤੇ ਅੱਜ ਦੇ ਇਸ ਦਿਨ ਦੀ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਡਾ ਦਿਨ ਹਮੇਸ਼ਾ ਹੀ ਖੁਸ਼ੀਆਂ ਵਿੱਚ ਲੰਘੇ। ਤੇ ਸਿੱਖ ਚੈਨਲ ਦੇ ਸਾਰੇ ਦਰਸ਼ਕ ਜਿਹੜੇ ਕਿ ਸਿੱਖ ਚੈਨਲ ਨਾਲ ਜੁੜਦੇ ਨੇ ਉਹ ਸਵੇਰੇ ਪਹਿਲਾਂ ਉੱਠ ਕੇ ਨਿਤਨੇਮ ਸੁਣਦੇ ਨੇ, ਨਿਤਨੇਮ ਦੇ ਨਾਲ ਹੁਕਮਨਾਮਾ ਸੁਣਦੇ ਨੇ, ਹੁਕਮਨਾਮੇ ਤੋਂ ਬਾਅਦ ਹੁਕਮਨਾਮੇ ਦੀ ਵਿਆਖਿਆ ਕੀਤੀ ਜਾਂਦੀ ਹੈ ਸਿੱਖ ਚੈਨਲ ਤੋਂ। ਤੇ ਇਹ ਜਿਹੜਾ ਸਿਲਸਿਲਾ ਹੈ ਇਹ 24 ਘੰਟੇ 7 ਦਿਨ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਸੋ ਜਿਵੇਂ ਕਿ ਗੱਲ ਕੀਤੀ ਹੈ ਕਿ ਮਾਰਚ ਮਹੀਨਾ ਖਤਮ ਹੋ ਗਿਆ ਹੈ, ਅਪ੍ਰੈਲ ਸ਼ੁਰੂ ਹੋਣ ਵਾਲਾ ਹੈ। ਔਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਦੇਸ਼ ਹੈ ਔਰ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਖੁਸ਼ੀਆਂ ਤੇ ਰੌਣਕਾਂ ਹੋਣਗੀਆਂ ਕਿ ਹੁਣ ਜਿਹੜਾ ਫਸਲਾਂ ਦਾ ਜਿਹੜਾ ਸੀਜ਼ਨ ਖਤਮ ਹੋਣੇ ਵਾਲਾ ਹੈ, ਕਣਕਾਂ ਦੀ ਵਾਢੀ ਸ਼ੁਰੂ ਹੋ ਜਾਵੇਗੀ। ਤੇ ਨਾਲ ਦੀ ਨਾਲ ਇਹ ਵੀ ਕਿਸਾਨਾਂ ਵਾਸਤੇ ਸ਼ਾਇਦ ਇੱਕ ਖੁਸ਼ਖਬਰੀ ਹੋਵੇਗੀ ਕਿ ਇਸ ਵੇਲੇ ਕੇਂਦਰ ਦੀ ਸਰਕਾਰ ਨੇ ਤਕਰੀਬਨ 24,773.11 ਕਰੋੜ ਦੀ ਜਿਹੜੀ ਰਾਸ਼ੀ ਹੈ ਉਹ ਫਸਲਾਂ ਦੀ ਕਣਕ ਦੀ ਖਰੀਦ ਵਾਸਤੇ ਉਹਨਾਂ ਨੇ ਜਾਰੀ ਕਰ ਦਿੱਤੀ ਹੈ, ਜਿਹੜੀ ਕਿ ਪੰਜਾਬ ਸਰਕਾਰ ਦੇ ਵਾਸਤੇ ਵੀ ਸ਼ਾਇਦ ਖੁਸ਼ੀ ਵਾਲੀ ਖਬਰ ਹੋਵੇਗੀ। ਤੇ ਨਾਲ ਦੀ ਨਾਲ ਅਸੀਂ ਗੱਲ ਕਰਦੇ ਹਾਂ ਕਿ ਹੁਣੇ ਅਮਿਤ ਸ਼ਾਹ ਜੀ ਜੋ ਚੰਡੀਗੜ੍ਹ ਵਿੱਚ ਆ ਕੇ ਗਏ ਨੇ ਤੇ ਲੱਗਦਾ ਹੈ ਕਿ ਚੰਡੀਗੜ੍ਹ ਤੇ ਜਿਹੜਾ ਬਚਦਾ ਹੱਕ ਹੈ, ਭਾਵੇਂ ਕਿ ਚੰਡੀਗੜ੍ਹ ਦਾ ਜਿਹੜੀ ਸਥਿਤੀ ਹੈ ਪਤਾ ਹੈ ਕਿ 40% ਹਰਿਆਣਾ ਤੇ 60% ਜਿਹੜੀ 60% ਜਿਹੜੀ ਉਹਦੇ ਉੱਤੇ ਦਾਅਵੇਦਾਰੀ ਹੈ ਉਹ ਪੰਜਾਬ ਦੀ ਹੈ, ਉਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹਦੇ ਬਾਰੇ ਅਸੀਂ ਗੱਲ ਕਰਾਂਗੇ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਅਸੀਂ ਜੋ ਇਸ ਵੇਲੇ ਰੂਸ ਅਤੇ ਯੂਕਰੇਨ ਦੀ ਜਿਹੜੀ ਲੜਾਈ ਨੂੰ ਸਵਾ ਮਹੀਨਾ ਹੋ ਗਿਆ ਹੈ ਤੇ ਇਸ ਵੇਲੇ ਦੇਖਦੇ ਹਾਂ ਕਿ ਯੂਕਰੇਨ ਦੀ ਤਬਾਹੀ ਜਿਹੜੀ ਆ ਉਹ ਜਾਰੀ ਹੈ। ਪਰ ਦੂਜੇ ਪਾਸੇ ਦੇਖਾਂਗੇ ਕਿ ਤੁਰਕੀ ਦੇ ਵਿੱਚ, ਟਰਕੀ ਦੇਸ਼ ਦੇ ਵਿੱਚ ਇਹਨਾਂ ਦੇਸ਼ਾਂ ਦੀ ਜੇ ਯੂਕਰੇਨ ਅਤੇ ਜੋ ਰੂਸ ਹੈ ਉਹਨਾਂ ਦੀ ਜਿਹੜੀ ਗੱਲਬਾਤ ਵੀ ਚੱਲਦੀ ਹੈ ਕਿ ਸ਼ਾਇਦ ਇਹ ਜਿਹੜੀ ਹੈ ਜੰਗ ਹੈ ਇਸ ਦਾ ਕੋਈ ਹੱਲ ਕੱਢਿਆ ਜਾ ਸਕੇ। ਸੋ ਇਹ ਜਿਹੜੀਆਂ ਖਬਰਾਂ ਨੇ ਇਹ ਤੁਹਾਨੂੰ ਅਸੀਂ ਇਹਨਾਂ ਦੇ ਨਾਲ ਤੁਹਾਨੂੰ ਅਸੀਂ ਵਾਬਸਤਾ ਕਰਾਵਾਂਗੇ। ਤੇ ਨਾਲ ਦੀ ਨਾਲ ਪਤਾ ਹੈ ਕਿ ਸਿੱਖ ਚੈਨਲ ਜਿਵੇਂ ਕਿ ਹੁਣੇ ਅਸੀਂ ਤੁਹਾਨੂੰ ਪੋਲੈਂਡ ਤੋਂ ਜਿਹੜੀ ਜਾਣਕਾਰੀ ਦੇ ਕੇ ਆਏ ਹਾਂ ਉਹਦੇ ਬਾਰੇ ਵੀ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ। ਤੇ ਨਾਲ ਦੀ ਨਾਲ ਅਸੀਂ ਇਹ ਵੀ ਕਵਾਂਗੇ ਕਿ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਕਿ ਅੱਜ ਦਾ ਜਿਹੜਾ ਦਿਨ ਆ ਉਹ ਸ਼ਾਇਦ ਸਿੱਖ ਇਤਿਹਾਸ ਦੇ ਵਿੱਚ ਇੰਨਾ ਭਾਗਾਂ ਭਰਿਆ ਨਹੀਂ ਹੈ, ਕਿਉਂਕਿ ਜਿਹੜਾ ਖਾਲਸਾ ਰਾਜ ਸੀ ਉਹ ਖਤਮ ਹੋ ਗਿਆ ਸੀ। ਤੇ ਨਾਲ ਦੀ ਨਾਲ ਕੱਲ ਦੇ ਦਿਨ ਭਾਵ ਕਿ 29 ਮਾਰਚ ਵਾਲੇ ਦਿਨ 1849 ਨੂੰ ਜਿਹੜਾ ਇਹ ਪੰਜਾਬੀ ਭਾਸ਼ਾ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਮਨਾਇਆ ਗਿਆ, ਕਿਉਂਕਿ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਸਨੇ ਜਿੰਨੀਆਂ ਵੀ ਪੰਜਾਬੀ ਦੇ ਕਾਇਦੇ ਸਨ, ਕਿਤਾਬਾਂ ਸਨ ਜਾਂ ਸਿੱਖਿਆ ਦੇ ਸਰੋਤ ਸਨ ਉਹਨਾਂ ਨੇ ਖਤਮ ਕਰਨਾ, ਨਸ਼ਟ ਕਰਨਾ, ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਬਾਰੇ ਵੀ ਥੋੜੀ ਬਹੁਤੀ ਅਸੀਂ ਗੱਲ ਕਰਾਂਗੇ। ਤੇ ਆਓ ਸਾਡੇ ਨਾਲ ਪਹਿਲਾਂ ਜੁੜ ਚੁੱਕੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਕਿਹਰ ਸ਼ਰੀਫ ਜੀ, ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਕਿਹਰ ਸ਼ਰੀਫ ਜੀ ਸਾਡੇ ਨਾਲ ਹਮੇਸ਼ਾ ਹੀ ਜੁੜਦੇ ਨੇ ਜਰਮਨੀ ਤੋਂ। ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਵੀਰ ਜਰਮਨੀ ਤੋਂ ਕਿਹਰ ਸ਼ਰੀਫ ਜੀ। ਕਿਹਰ ਸ਼ਰੀਫ ਜੀ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ਿੰਦਰ ਜੀ ਬਹੁਤ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਇਸ ਵੇਲੇ ਜਿਹੜੇ ਦੇਖ ਰਹੇ ਹਨ ਜੀ। ਅੱਜ ਅਸੀਂ ਦੀ ਸਵੇਰ ਨੂੰ ਜੋ ਗੱਲਬਾਤ ਕਰ ਰਹੇ ਹਾਂ, ਜਿਵੇਂ ਕਿ ਮੈਂ ਥੋੜਾ ਇਤਿਹਾਸ ਦੱਸਿਆ ਹੈ ਅੱਜ ਦੇ ਦਿਨ ਦਾ, ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਜੁੜੀਆਂ ਹੁੰਦੀਆਂ ਨੇ। ਜਦੋਂ ਵੀ ਕੋਈ ਵੈਸੇ ਤਰੀਕ ਆਉਂਦੀ ਆ ਕੈਲੰਡਰ ਦੇ ਉੱਤੇ ਤੇ ਉਹਦੇ ਨਾਲ ਜਿਹੜੀਆਂ ਦੁੱਖ ਦੀਆਂ ਤੇ ਖੁਸ਼ੀ ਦੀਆਂ ਖਬਰਾਂ ਜੁੜੀਆਂ ਹੁੰਦੀਆਂ ਨੇ। ਇਹ ਮੇਰੇ ਖਿਆਲ ਸਾਡੇ ਇਤਿਹਾਸ ਦਾ ਸੁਭਾਅ ਹੈ। ਤੇ ਕੇਰ ਜੀ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਇਸ ਵੇਲੇ ਹੁਣ ਤਕਰੀਬਨ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ ਜੋ
ਜੋ ਘਟਨਾਵਾਂ ਵਾਪਰ ਰਹੀਆਂ ਨੇ ਯੂਕਰੇਨ ਤੇ ਰੂਸ ਦੇ ਵਿੱਚ, ਤੁਸੀਂ ਇਹਨਾਂ ਘਟਨਾਵਾਂ ਦੇ ਉੱਤੇ ਵੀ ਬੜੀ ਬਰੀਕੀ ਨਜ਼ਰ ਰੱਖਦੇ ਹੋ, ਤੇ ਕਿੱਥੋਂ ਅੱਜ ਦੀ ਗੱਲਬਾਤ ਤੁਸੀਂ ਸ਼ੁਰੂ ਕਰਨੀ ਚਾਹੁੰਦੇ ਹੋ? ਕਿਹੜੀ ਜਾਣਕਾਰੀ ਤੁਸੀਂ ਸਾਡੇ ਵਾਸਤੇ, ਸਾਡੇ ਦਰਸ਼ਕਾਂ ਵਾਸਤੇ ਲੈ ਕੇ ਆਏ ਹੋ ਕੇਰ ਸ਼ਰੀਫ ਜੀ? ਦੇਖੋ ਜੀ, ਇਸ ਵੇਲੇ ਘੰਟਾ ਕੁ ਪਹਿਲਾਂ ਹੀ ਆਪਣੇ ਇਸਤੰਬੁਲ 'ਚ ਯੂਕਰੇਨ ਵਾਲਿਆਂ ਤੇ ਰੂਸ ਵਾਲਿਆਂ ਦੀ ਮੀਟਿੰਗ ਹੋ ਰਹੀ ਹੈ। ਜਿਹੜਾ ਉੱਥੋਂ ਦਾ ਪ੍ਰੈਜ਼ੀਡੈਂਟ ਹੈ ਐਰਦੋਗਾਨ, ਉਹਦੀ ਪ੍ਰਧਾਨਗੀ 'ਚ ਹੋ ਰਹੀ ਹੈ, ਪਰ ਉਹਦੇ 'ਚ ਕੁਝ ਬਹੁਤਾ ਨਿਕਲਿਆ ਲੱਗਿਆ ਨਹੀਂ। ਮੈਂ ਹੁਣੇ ਥੋੜ੍ਹੇ ਮਿੰਟ ਪਹਿਲਾਂ ਖਬਰਾਂ ਸੁਣੀਆਂ, ਤੇ ਉਹਦੇ 'ਚ ਯੂਕਰੇਨ ਵਾਲੇ ਤਾਂ ਇਹ ਮੰਗ ਕਰ ਰਹੇ ਆ ਵੀ ਉੱਥੋਂ ਲੋਕਾਂ ਨੂੰ ਨਿਕਲਣ ਲਈ ਸੀਜ਼ ਫਾਇਰ ਕੀਤਾ ਜਾਵੇ, ਗੋਲਾਬਾਰੀ ਬੰਦ ਕੀਤੀ ਜਾਵੇ, ਤੇ ਦੂਜੀ ਗੱਲ ਹੈ ਇਨਸਾਨੀਅਤ ਨੂੰ ਅੱਗੇ ਰੱਖ ਕੇ ਉਹ ਜਿਹੜੇ ਲੋਕ ਉੱਥੇ ਵਸ ਰਹੇ ਆ ਉਹਨਾਂ ਲਈ ਕੋਈ ਰੋਟੀ ਪਾਣੀ, ਕੋਈ ਨਾ ਕੋਈ ਖਾਣ ਪੀਣ ਦੀ ਚੀਜ਼, ਜਿੱਥੇ ਪਾਣੀ ਨਹੀਂ ਹੈ, ਜਿੱਥੇ ਕੋਈ ਖਾਣ ਨੂੰ ਬਰੋਡ ਵਗੈਰਾ ਨਹੀਂ ਹੈ, ਕੋਈ ਵੀ ਰੋਟੀ ਦਾ ਸਾਧਨ ਨਹੀਂ, ਉਹਨਾਂ ਨੂੰ ਉਹ ਚੀਜ਼ਾਂ ਪਹੁੰਚਾਉਣ ਲਈ ਮਤਲਬ ਲਾਂਘਾ ਦਿੱਤਾ ਜਾਵੇ। ਹਾਲ ਦੀ ਘੜੀ ਤੇ ਕਿਆ ਹੋਇਆ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੈ ਵੀ ਲਾਂਘਾ ਦੇਣਾ ਜਾਂ ਨਹੀਂ ਦੇਣਾ। ਇਹ ਇਨਸਾਨੀਅਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਉਹਨਾਂ ਨੂੰ ਲਾਂਘਾ ਦਿੱਤਾ ਜਾਵੇ। ਜਿਹੜੇ ਲੋਕ ਉੱਥੋਂ ਜਾਣਾ ਚਾਹਣ ਉਹ ਚਲੇ ਜਾਣ, ਕਿਉਂਕਿ ਬੁੱਢੇ ਤਾਂ ਜਾ ਨਹੀਂ ਸਕਦੇ, ਤੇ ਬਹੁਤ ਜਿਹੜੇ ਬੱਚੇ ਆ ਉਹ ਬਹੁਤ ਬਾਹਰ ਗਏ ਆ, ਪਰ ਬਹੁਤੇ ਛੋਟੇ ਬੱਚਿਆਂ ਨੂੰ ਲੈ ਕੇ ਵੀ ਲੋਕ ਕਿੱਥੇ ਨੂੰ ਜਾਣ। ਇਹ ਵੀ ਇਸ ਵੇਲੇ ਬੜੀ ਵਿਪਤਾ ਬਣੀ ਹੋਈ ਹੈ। ਸਾਨੂੰ ਚੰਗਾ ਲੱਗੇ ਜੇ ਅੰਕਰਾਂ 'ਚ ਕੁਝ ਨਾ ਕੁਝ ਇਹਦਾ ਕੋਈ ਹਾਂ ਪੱਖੀ ਸਿੱਟਾ ਨਿਕਲੇ, ਤੇ ਉਹਨਾਂ ਨੂੰ ਇਸ ਪਹਿਲੀ ਜਿਹੜੀ ਮੰਗ ਹੈ ਇਹਦੇ ਤੇ ਕੁਝ ਨਾ ਕੁਝ ਗਾਂਹ ਵਧੂ ਜਾਂ ਕਹੀਏ ਪਈ ਹਾਂ ਪੱਖੀ ਆ ਜਾਵੇ ਕੋਈ ਫੈਸਲਾ, ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੋਏਗੀ। ਚਾਹੀਦਾ ਤਾਂ ਇਹ ਹੈ ਵੀ ਜੰਗਬੰਦੀ ਲਈ ਯਤਨ ਕੀਤੇ ਜਾਣ, ਵੀ ਜੰਗਬੰਦੀ ਹੋ ਜਾਏ, ਫਿਰ ਬਹਿ ਕੇ ਗੱਲਾਂ ਕਰੀ ਜਾਣ, ਜਿੱਥੇ ਮਰਜੀ ਜਿੰਨਾ ਚਿਰ ਮਰਜੀ ਕਰੀ ਜਾਣ, ਜੰਗਬੰਦੀ ਇੱਕ ਵਾਰੀ ਹੋ ਜਾਏ। ਪਰ ਇਹਦੇ ਵੱਲ ਨੂੰ ਅਜੇ ਕਦਮ ਜਾ ਨਹੀਂ ਰਹੇ। ਤੁਸੀਂ ਗੱਲ ਕੀ ਆ, ਮੈਨੂੰ ਲੱਗਦਾ ਨਹੀਂ ਕਿ ਸੰਭਾਵਨਾ ਹਲੇ ਇਸ ਜਿਹੜੀ ਪੀਸ ਟਾਕ ਜਿਹਨੂੰ ਕਹਿੰਦੇ ਆ, ਅਮਨ ਸ਼ਾਂਤੀ ਦੀ ਜਿਹੜੀ ਗੱਲਬਾਤ ਹੋ ਰਹੀ ਆ, ਸਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਸਫਲਤਾ ਹਾਸਲ ਹੋਣੀ ਹੈ, ਕਿਉਂਕਿ ਹੁਣੇ ਜੋ ਬਾਈਡਨ ਆ ਕੇ ਗਏ ਨੇ, ਉਹਨਾਂ ਨੇ G7 ਦੇ ਨਾਲ, ਨੈਟੋ ਦੇ ਨਾਲ ਤੇ EU ਦੇ ਮੈਂਬਰਾਂ ਨਾਲ ਵੱਖਰੀਆਂ 3 ਮੀਟਿੰਗਾਂ ਕੀਤੀਆਂ। ਉਹਨਾਂ ਨੇ ਕਿਹਾ ਵੀ ਜਿਹੜਾ ਆਪਣਾ ਨੈਟੋ ਹੈ ਜਾਂ ਯੂਰਪ ਹੈ ਉਹ ਇੰਨਾ ਪਹਿਲਾਂ ਕਦੇ ਇਕੱਠਾ ਨਹੀਂ ਹੋਇਆ ਸੀ। ਪਰ ਤੁਹਾਨੂੰ ਲੱਗਦਾ ਕਿ ਜਿਹੜੇ ਲੋਕ ਆ ਉੱਥੋਂ ਨਿਕਲ ਆਉਣਗੇ? ਅਸੀਂ ਜਿਹੜਾ ਬਾਰਡਰ ਤੇ ਜਾ ਕੇ ਦੇਖਿਆ, ਸਾਨੂੰ ਪਤਾ ਲੱਗਿਆ ਕਿ ਸਿਰਫ ਲੇਡੀਜ਼, ਔਰਤਾਂ ਤੇ ਬੱਚੇ ਹੀ ਆ ਰਹੇ ਆ, ਤੇ ਨੌਜਵਾਨ ਜਿਹੜੇ ਹੈਗੇ ਆ 18 ਸਾਲ ਤੋਂ ਲੈ ਕੇ ਜਾਂ 60 ਸਾਲ ਤੱਕ ਦੇ ਨੇ, ਉਹਨਾਂ ਨੂੰ ਆਉਣ ਦੀ ਮਨਾਹੀ ਆ, ਉਹ ਆ ਹੀ ਨਹੀਂ ਸਕਦੇ ਹੈਗੇ। ਸੋ ਉਹ ਨਿਕਲਣਾ ਉਹਨਾਂ ਦਾ ਬੜਾ ਹੀ ਅਸੰਭਵ ਤੇ ਬੇਯਕੀਨੀ ਗੱਲ ਹੈਗੀ ਹੈ ਕਿ ਉਹ ਆਪਣੇ ਦੇਸ਼ ਨੂੰ ਛੱਡਣਾ ਨਹੀਂ ਚਾਹੁੰਦੇ। ਜਿਹੜੀ ਤੁਸੀਂ ਗੱਲ ਕਰਦੇ ਆ ਕਿ ਬਿਲਡਿੰਗਾਂ ਦੇ ਵਿੱਚ ਅਸੀਂ ਗੱਲ ਕਰਦੇ ਆ ਢਹਿ ਢੇਰੀ ਹੋ ਰਹੀਆਂ ਨੇ, ਇਹ ਵੀ ਪਤਾ ਲੱਗਾ ਕਿ ਉਹਨਾਂ ਵਿੱਚ ਵੜ ਕੇ ਜਿਹੜੇ ਸਿਵਿਲਨਸ ਹੈਗੇ ਆ ਜਾਂ ਯੂਕਰੇਨ ਵਾਸੀ ਹੈਗੇ ਆ, ਉਹ ਵੀ ਫੌਜ ਦਾ ਮੁਕਾਬਲਾ ਕਰਦੇ ਆ, ਜਿਸ ਕਰਕੇ ਉਹਨਾਂ ਨੂੰ ਬਿਲਡਿੰਗਾਂ ਨੂੰ ਢਾਹ ਢੇਰੀ ਕਰਨਾ ਪੈ ਰਿਹਾ ਹੈ। ਤੁਹਾਨੂੰ ਪੁਤਨ ਦੀ ਜਿਹੜੀ ਇਸ ਵੇਲੇ ਜਿਹੜੀ ਸੋਚ ਹੈਗੀ ਆ, ਤੁਸੀਂ ਉਹਦੇ ਬਾਰੇ ਕੀ ਸੋਚਦੇ ਆ? ਕਿਉਂਕਿ ਉਹਨਾਂ ਨੇ ਤਾਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਹਲੇ ਉਹ ਕੀਵ ਦਾ ਘੇਰਾ ਪਾਉਣ ਵਾਸਤੇ ਤਿਆਰੀ ਕਰ ਰਹੇ ਹੈਗੇ ਆ। ਕੀਵ ਨੂੰ ਉਹਨਾਂ ਨੇ ਸਰ ਕਰਨਾ ਹੀ ਕਰਨਾ ਹੈਗਾ। ਕਾਫੀ ਜਿਹੜੀਆਂ ਫੌਜਾਂ ਨੇੜੇ ਪਹੁੰਚ ਗਈਆਂ ਨੇ। ਤੁਹਾਨੂੰ ਕੀ ਆਸਾਰ ਨਜ਼ਰ ਆਉਂਦੇ ਆ ਕੇਰ ਜੀ? ਦੇਖੋ, ਜਿਹੜਾ ਜੋ ਬਾਈਡਨ ਦਾ ਦੌਰਾ ਸੀਗਾ ਉਹਦੇ 'ਚ ਇੱਕ ਭੜਕਵੀਂ ਗੱਲ ਵੀ ਉਹ ਕਰ ਗਿਆ ਵੀ ਪੁਤਨ ਨੂੰ ਗੱਦੀ ਤੇ ਰਹਿਣ ਦਾ ਹੱਕ ਹੀ ਕੋਈ ਨਹੀਂ ਹੈ। ਹਾਲਾਂਕਿ ਉਹ 1936 ਤੱਕ ਆਪਣੇ ਆਪ ਨੂੰ ਉੱਥੋਂ ਦਾ ਜਿਹੜਾ ਮਾਲਕ ਬਣਾ ਚੁੱਕਾ ਹੈ, ਪ੍ਰੈਜ਼ੀਡੈਂਟ ਬਣਾ ਚੁੱਕਾ ਹੈ। 1936 ਤੱਕ ਉਹਨੇ ਲੱਥਣਾ ਨਹੀਂ, ਕਿਉਂਕਿ ਉਹ ਤਾਂ ਉਹਦੀ ਮਰਜ਼ੀ ਸੀਗੀ, ਤੇ ਉਹਨੇ ਆਪਣੀ ਮਰਜ਼ੀ ਦੇ ਅਨੁਸਾਰ 2036 ਤੱਕ ਆਪਣੇ ਆਪ ਨੂੰ ਪੱਕਾ ਕਰ ਲਿਆ। ਹੁਣ ਇਹ ਜੋ ਬਾਈਡਨ ਦਾ ਕਹਿਣਾ ਜਾਂ ਨਾ ਕਹਿਣਾ, ਇਹ ਵੀ ਕਿਹਾ ਗਿਆ ਪ੍ਰੈਸ ਵਿੱਚ ਵੀ ਜਿਹੜੀ ਉਹਨਾਂ ਨੇ ਡਰਾਫਟ ਤਿਆਰ ਕੀਤਾ ਸੀਗਾ ਬੋਲਣ ਲਈ, ਉਹਦੇ 'ਚ ਇਹ ਫਿਕਰਾ ਹੈ ਨਹੀਂ ਸੀ ਕਿ ਪੁਤਨ ਨੂੰ ਗੱਦੀ ਛੱਡ ਦੇਣੀ ਚਾਹੀਦੀ ਜਾਂ ਉਹਨੂੰ ਰਹਿਣ ਦਾ ਹੱਕ ਕੋਈ ਨਹੀਂ ਹੈ। ਉਹਨੇ ਆਪਣੇ ਤੌਰ ਤੇ ਬੋਲ ਦਿੱਤਾ, ਜਿਹਨੂੰ ਕਾਫੀ ਕਹੀਏ ਕਿ ਕ੍ਰਿਟਿਸਾਈਜ਼ ਕੀਤਾ ਗਿਆ ਪ੍ਰੈਸ ਦੇ ਵਿੱਚ। ਪਰ ਹਾਲ ਦੀ ਘੜੀ ਪੁਤਨ ਦਾ ਕੋਈ ਮਨ ਨਹੀਂ ਹੈ। ਪੁਤਨ ਪੂਰੇ ਤੌਰ ਤੇ ਉਹਨੂੰ ਝੁਕਾਇਆ ਚਾਹੁੰਦਾ ਹੈ ਯੂਕਰੇਨ ਨੂੰ, ਤਾਂ ਕਿ ਯੂਕਰੇਨ ਆਪਣਾ ਹੌਸਲਾ ਹਾਰ ਕੇ ਉਹਦੇ ਅੱਗੇ ਗੋਡੇ ਟੇਕ ਦੇਵੇ। ਹੁਣ ਕਈ ਖਬਰਾਂ ਜਿਹੜੀਆਂ ਆਈਆਂ ਵੀ ਕਈ ਜਥੇ ਆ ਰਹੇ ਆ, ਲਗਾਤਾਰ ਆ ਰਹੇ ਆ, ਜਿਹੜੇ ਜ਼ੈਲੈਂਸਕੀ ਨੂੰ ਮਾਰਨ ਲਈ ਭੇਜੇ ਜਾ ਰਹੇ ਆ। ਇਹ ਗੱਲਾਂ ਸੱਚੀਆਂ ਨੇ ਜਾਂ ਅਫਵਾਹਾਂ ਨੇ? ਕਿਉਂਕਿ ਜੰਗ ਦੇ ਸਮੇਂ 'ਚ ਅਫਵਾਹਾਂ ਦਾ ਉੱਡਣਾ ਆਮ ਜਿਹੀ ਗੱਲ ਹੈ। ਇਹ ਬਹੁਤ ਵੱਡੀ ਗਿਣਤੀ 'ਚ ਫੈਲਾਈਆਂ ਜਾ ਰਹੀਆਂ ਕਿ ਉਹ ਜ਼ੈਲੈਂਸਕੀ ਨੂੰ ਪਹਿਲਾਂ ਖਤਮ ਕੀਤਾ ਚਾਹੁੰਦੇ ਆ, ਫਿਰ ਜਿਹੜੇ ਬਾਕੀ ਦੇ ਬੰਦੇ ਉਹ ਆਪਣੇ ਆਪ ਕਾਬੂ 'ਚ ਆ ਜਾਣਗੇ। ਇਹ ਕੋਈ ਐਡੀ ਸੌਖੀ ਗੱਲ ਨਹੀਂ। ਇਹ ਇਕੱਲਾ ਜ਼ੈਲੈਂਸਕੀ ਨਹੀਂ, ਉੱਥੇ ਦਾ ਪੂਰਾ ਪ੍ਰਬੰਧ ਹੈ ਜਿਨ੍ਹਾਂ ਦੇ ਹੱਥਾਂ 'ਚ, ਉਹ ਚਲਾ ਰਹੇ ਨੇ ਸਾਰੀ ਗੱਲ ਨੂੰ। ਤੇ ਪੁਤਨ ਨੂੰ ਇੱਕ ਗੱਲ ਤਾਂ ਸਮਝਣੀ ਚਾਹੀਦੀ ਹੈ, ਜਿਹੜੀ ਇਨਸਾਨੀਅਤ ਦੀ ਗੁਹਾਰ ਹੈ ਇਸ ਵੇਲੇ, ਇਨਸਾਨੀਅਤ ਉਦੋਂ ਲਾਈ ਜਾ ਰਹੀ, ਉਹਨੂੰ ਸੁਨੇਹਾ ਹੈ
ਕਿ ਭਾਈ ਜੰਗਬੰਦੀ ਕਰਕੇ ਗੱਲਾਂ ਬਾਤਾਂ ਵਾਲੇ ਮੇਜ਼ ਤੇ ਬੈਠ ਕੇ ਆਪਣੇ ਮਸਲੇ ਨਿਪਟਾ ਲਓ। ਜੇ ਯੂਕਰੇਨ ਵਾਲੇ ਕੁਝ ਤੁਹਾਨੂੰ ਦਿੰਦੇ ਆ ਤਾਂ ਉਹ ਲੈ ਲਓ, ਜਾਂ ਉਹਦੇ ਨਾਲ ਬੈਠ ਕੇ ਗੱਲ ਕਰੋ ਕਿ ਕਿਵੇਂ ਲੈਣਾ ਹੈ। ਜੇ ਇਹ ਨਹੀਂ ਹੁੰਦਾ ਤਾਂ ਇਹਦੇ ਨਾਲ ਇਨਸਾਨੀਅਤ ਨੂੰ ਬਹੁਤ ਖਤਰਾ ਪੈਦਾ ਹੋਇਆ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ, ਤੁਸੀਂ ਤਾਂ ਜਾ ਕੇ ਤੁਸੀਂ ਸਾਰਾ ਕੁਝ ਦਿਖਾ ਲਿਆ ਹੈ, ਤੇ ਸਿੱਖ ਚੈਨਲ ਦੇ ਜਿਹੜੇ ਦਰਸ਼ਕ ਆ ਉਹਨਾਂ ਨੇ ਸਾਰਾ ਕੁਝ ਦੇਖਿਆ ਜੋ ਕੁਝ ਤੁਸੀਂ ਦਿਖਾ ਲਿਆ ਹੈ। ਔਰ ਉਹ ਬੜੀ ਚਿੰਤਾ ਵਾਲੀ ਗੱਲ ਸੀਗੀ। ਜਿੰਨੇ ਦਿਨ ਤੁਸੀਂ ਉੱਤੇ ਰਹੇ ਹੈ, ਸਾਨੂੰ ਵੀ ਚਿੰਤਾ ਰਹੀ ਹੈ ਇਸ ਗੱਲ ਦੀ ਕਿ ਦੇਖੋ ਤੁਸੀਂ ਤਾਂ ਡਰਦੇ ਗਏ ਹੋ, ਪਰ ਉਹ ਲੋਕ ਕਿੱਧਰ, ਤੁਸੀਂ ਮੁੜੇ ਆਉਣਾ ਸੀਗਾ, ਤੁਹਾਡੇ ਲਈ ਕੋਈ ਐਡੀ ਖਤਰੇ ਵਾਲੀ ਗੱਲ ਨਹੀਂ ਸੀ। ਪਰ ਉਹ ਲੋਕ ਕਿਆ ਕਰਨ, ਜਿਹੜੇ ਬੰਬਾਂ ਦੇ ਮਾਰੇ ਆਪਣੇ ਜਿਹੜੀਆਂ ਟ੍ਰੇਨਾਂ ਦੇ ਥੱਲੇ ਬਣੇ ਹੋਏ ਬੰਕਰ ਨੇ ਉਹਨਾਂ 'ਚ ਬੈਠੇ ਹੈ, ਨਾ ਉੱਥੇ ਖਾਣ ਪੀਣ ਨੂੰ ਕੁਝ ਹੈ, ਤੇ ਦੂਜੀ ਗੱਲ ਹਾਜਤ ਲਈ ਕੁਝ ਨਹੀਂ ਹੈ। ਇੰਨੀਆਂ ਟੋਇਲਟਾਂ ਕਿੱਥੋਂ ਲਿਆਉਣ ਬੱਚਿਆਂ ਲਈ? ਜਿਵੇਂ ਤੁਸੀਂ ਦੱਸਿਆ ਬੱਚੇ ਤਾਂ ਆ ਰਹੇ ਆ, ਪਰ ਉੱਥੇ ਜਿਹੜੇ ਥੋੜੇ ਜਿਹੇ ਬੜੇ ਬੱਚੇ ਆ 10-12 ਸਾਲ ਦੇ ਬੱਚੇ, ਉਹਨਾਂ ਨੂੰ ਮਿਲਟਰੀ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਕਿੱਡੀ ਇਸ ਵੇਲੇ ਨਮੋਸ਼ੀ ਵਾਲੀ ਗੱਲ ਹੈ ਸਾਰੀ ਮਨੁੱਖਤਾ ਲਈ ਕਿ ਬੱਚਿਆਂ ਨੂੰ ਜੰਗ 'ਚ ਝੋਕਣ ਲਈ ਤਿਆਰ ਕੀਤਾ ਜਾ ਰਿਹਾ। ਇਹ ਠੀਕ ਹੈ ਕਿ ਆਪਣੇ ਮੁਲਕ ਲਈ ਹਰ ਕਿਸੇ ਦੇ ਅੰਦਰ ਪ੍ਰੇਮ ਜਾਗਦਾ ਹੈ, ਬੱਚਿਆਂ ਦੇ ਅੰਦਰ ਪ੍ਰੇਮ ਜਗਾਉਣਾ ਹੋਰ ਵੀ ਸੌਖਾ ਹੋ ਜਾਂਦਾ ਹੈ, ਪਰ 10-12 ਸਾਲ ਦੇ ਬੱਚੇ ਕੋਈ ਮਿਲਟਰੀ ਲਈ ਯੋਗ ਤਾਂ ਨਹੀਂ ਹੁੰਦੇ ਨਾ। ਇਸ ਕਰਕੇ ਹੁਣ ਪੁਤਿਨ ਨੂੰ ਵੀ ਤੇ ਬਾਕੀ ਦੁਨੀਆ ਨੂੰ ਵੀ ਇਸ ਗੱਲ ਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਉਹਨਾਂ ਬੱਚਿਆਂ ਨੂੰ ਜੰਗ ਦਾ ਖਾਜਾ, ਜਾਂ ਉਹਨਾਂ ਦੇ ਵੱਡਿਆਂ ਨੂੰ ਵੀ ਜੰਗ ਦਾ ਖਾਜਾ ਨਾ ਬਣਾਇਆ ਜਾਵੇ। ਹੁਣ ਹਸਪਤਾਲ ਢਾਏ ਜਾ ਰਹੇ ਆ, ਸਕੂਲ ਢਾਏ ਜਾ ਰਹੇ ਆ। ਇਹ ਇੱਕ ਹਸਪਤਾਲ ਸੀਗਾ, ਮੇਰਾ ਖਿਆਲ ਆਰਕੀਵ ਦੀ ਗੱਲ ਹੈ, ਉਹਦੇ ਬਾਹਰ ਉਹਨਾਂ ਨੇ ਲਿਖ ਕੇ ਲਾਇਆ ਸੀਗਾ ਵੱਡੇ ਅੱਖਰਾਂ 'ਚ ਕਿ ਉੱਪਰੋਂ ਜੇ ਕੋਈ ਹਮਲਾਵਰ ਆਉਂਦਾ ਤਾਂ ਉਹ ਦੇਖ ਲਵੇ ਕਿ ਇੱਥੇ ਬੱਚੇ ਨੇ। ਪਰ ਉਸੇ ਸਕੂਲ ਦੇ ਅੰਦਰ ਜਿਹੜਾ ਕਿੰਡਰਗਾਰਟਨ ਵੀ ਸੀਗਾ ਉਹਨਾਂ ਦੇ ਅੰਦਰ, ਉਹ ਤੇ ਬੰਬ ਸਿੱਟ ਕੇ ਉਹਨੂੰ ਤਬਾਹ ਕੀਤਾ ਗਿਆ। ਉੱਥੇ ਬੱਚੇ ਵੀ ਮਰੇ ਤੇ ਵੱਡੇ ਵੀ ਮਰੇ। ਇਹ ਜਿਹੜੀ ਇਸ ਵੇਲੇ ਮੌਤ ਦਾ ਖੇਡ ਖੇਡਿਆ ਜਾ ਰਿਹਾ, ਇਹ ਬੰਦ ਹੋਣਾ ਚਾਹੀਦਾ। ਇੱਕ ਗੱਲ ਮੈਂ ਜਿੰਦਰ ਜੀ ਹੋਰ ਕਹਿਣੀ ਚਾਹਨਾ ਵੀ ਆਪਣੀ UNO ਪੰਚਾਇਤ ਹੈ ਸਾਰੀ ਦੁਨੀਆ ਦੀ, ਇਸ ਵੇਲੇ ਜਿੰਨੀ ਉਹ ਮਤਲਬ ਕਹੀਏ ਵੀ ਸਾਹ ਸੱਤਹੀਣ ਹੋ ਗਈ ਹੈ, ਉੱਥੇ ਬੈਠ ਕੇ ਗੱਲਾਂ ਤਾਂ ਕਰ ਦਿੰਦੇ, ਗੱਲ ਕੋਈ ਇਸ ਵੇਲੇ ਉਹ ਸਾਰਥਕ ਨਹੀਂ ਕਰ ਰਹੇ, ਕਿਸੇ ਮੁਲਕ ਤੇ ਜ਼ੋਰ ਨਹੀਂ ਪਾ ਰਹੇ, ਜਾਂ ਉਹਨਾਂ ਦਾ ਜ਼ੋਰ ਚੱਲ ਨਹੀਂ ਰਿਹਾ। ਇਸ ਕਰਕੇ ਇਹਦੇ ਬਾਰੇ ਵੀ ਦੁਬਾਰਾ ਸੋਚਿਆ ਜਾਣਾ ਚਾਹੀਦਾ ਕਿ UNO ਨੇ ਮੁਲਕਾਂ ਦੇ ਅੰਦਰ ਜੇ ਸਹਿਹੋਂਦ ਪੈਦਾ ਕਰਨੀ ਆ, ਆਪਸੀ ਭਾਈਚਾਰਾ ਪੈਦਾ ਕਰਨਾ ਹੈ, ਤਾਂ ਉਹਦੇ ਲਈ ਯਤਨ ਉਹਨਾਂ ਸਰਕਾਰਾਂ ਨਾਲ ਮਿਲ ਕੇ ਵੀ ਕਰਨੇ ਚਾਹੀਦੇ ਜਿਹੜੇ ਉਹਨਾਂ ਮੁਲਕਾਂ ਨਾਲ ਸੰਬੰਧ ਰੱਖਦੇ ਨੇ। ਅਗਲੀ ਗੱਲ ਕਿ ਯੂਰਪ ਦੇ ਅੰਦਰ ਖਾਣ ਪੀਣ ਦੀਆਂ ਚੀਜ਼ਾਂ ਦਾ ਵੀ ਤੁਸੀਂ ਆਪਣੇ ਮੁਲਕ 'ਚ ਦੇਖਿਆ ਹੋਣਾ, ਅਸੀਂ ਇੱਥੇ ਦੇਖਿਆ ਬਹੁਤ ਸਾਰੀ ਗੱਲ ਜਿਹੜੀ ਕਹੀਏ ਵੀ ਤੇਲ ਦੀ ਘਾਟ ਪੈਦਾ ਹੋ ਰਹੀ ਹੈ ਇਹਨਾਂ ਮੁਲਕਾਂ ਦੇ ਅੰਦਰ। ਜਿਹੜਾ ਤੇਲ ਬਹੁਤ ਸਾਰਾ ਯੂਕਰੇਨ ਤੋਂ ਆਉਂਦਾ ਸੀਗਾ, ਗੈਸ ਦੀ ਅਜੇ ਹੋਣੀ ਹੈ, ਪੈਟਰੋਲ ਦੀ ਅਜੇ ਹੋਣੀ ਹੈ, ਪਰ ਜਿਹੜਾ ਤੇਲ ਖਾਣ ਵਾਲੇ ਤੇਲ ਆ ਉਹਨਾਂ 'ਚ ਬਹੁਤ ਹੀ ਘਾਟ ਪੈਦਾ ਹੋ ਗਈ ਆ। ਇਸ ਕਰਕੇ ਯੂਰਪ ਵਾਲਿਆਂ ਨੂੰ ਆਪਣਾ ਡਰ ਵੀ ਮਾਰਦਾ, ਯੂਰਪ ਵਾਲਿਆਂ ਨੂੰ ਵੀ ਇਕੱਠੇ ਹੋ ਕੇ ਇੱਕ ਹੰਭਲਾ ਮਾਰ ਕੇ ਇਸ ਗੱਲ ਦੇ ਸਮਝੌਤੇ ਲਈ ਯਤਨ ਕਰਨੇ ਚਾਹੀਦੇ ਆ, ਨਾ ਕਿ ਜੰਗ ਲਈ ਕਿ ਅਸੀਂ ਨਾਟੋ ਵੱਲ ਜਾਵਾਂਗੇ ਦੂਜਾ ਤੀਜਾ। ਉਹਦੇ ਨਾਲ ਪੁਆੜੇ ਪੈ ਚੁੱਕੇ ਆ। ਹੁਣ ਜਿਹੜੇ ਪਏ ਹੋਏ ਪੁਆੜੇ ਆ ਇਹਨਾਂ ਨੂੰ ਸਮੇਟਣ ਦਾ ਵੇਲਾ ਹੈ। ਜੇ ਸਮੇਟਿਆ ਜਾਂਦਾ ਹੈ ਮਨੁੱਖਤਾ ਬਚ ਸਕਦੀ ਹੈ। ਅੱਧਾ ਯੂਕਰੇਨ ਤਾਂ ਉਹਨਾਂ ਨੇ ਤਬਾਹ ਕਰ ਦਿੱਤਾ, ਤੇਲ ਵਾਲੇ ਟੈਂਕਰਾਂ ਨੂੰ ਅੱਗ ਲਾਤੀ ਹੈ। ਉਹਨਾਂ ਦੀ ਅੱਗ ਬੁਝਾਣੀ ਕਿੱਡੀ ਔਖੀ ਗੱਲ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਰੂਸ ਨੂੰ ਵੀ ਚਾਹੀਦਾ ਤੇ ਬਾਕੀ ਮੁਲਕਾਂ ਨੂੰ ਵੀ। ਯੂਕਰੇਨ ਤਾਂ ਬਾਰ-ਬਾਰ ਦੁਹਾਈ ਦੇ ਰਿਹਾ, ਜ਼ੈਲੈਂਸਕੀ ਕਹਿ ਰਿਹਾ ਵੀ ਮੈਂ ਪੁਟਿਨ ਨਾਲ ਮਿਲਣ ਲਈ ਤਿਆਰ ਹਾਂ। ਪੁਟਿਨ ਨੂੰ ਵੀ ਹਾਂ ਕਰ ਦੇਣੀ ਚਾਹੀਦੀ, ਦੋਵੇਂ ਬੈਠ ਕੇ ਗੱਲ ਕਰ ਲੈਣ। ਜਿਹੜੇ ਵਿਚੋਲੇ ਭੇਜੇ ਜਾਂਦੇ ਆ ਉਹ ਮਤਲਬ ਕੋਈ ਬਹੁਤੀ ਸਾਰਥਕ ਗੱਲ ਨਹੀਂ ਕਰ ਰਹੇ ਜੀ। ਤੁਸੀਂ ਗੱਲ ਕਹੀ ਆ ਕਿ ਜ਼ੈਲੈਂਸਕੀ ਨੂੰ ਮਾਰਨ ਦੀਆਂ ਤਿਆਰੀਆਂ ਕਰ ਰਹੀ ਹੈ, ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡੇ ਬਰਤਾਨੀਆ ਵਿੱਚ ਇੱਕ ਓਲੀਗਾਰਕ ਜਿਹੜੇ ਕਿ ਬਹੁਤ ਹੀ ਬੇਤਹਾਸ਼ਾ ਅਮੀਰ ਲੋਕ ਨੇ, ਜਿਹੜੇ ਰੂਸੀ ਲੋਕ ਨੇ, ਉਹ ਬਰਤਾਨੀਆ ਵਿੱਚ ਬੈਠੇ ਨੇ। ਉਹਨਾਂ ਵਿੱਚੋਂ ਇੱਕ ਹੈ ਰੋਮਨ ਐਬਰਾਮੋਵਿਚ, ਜਿਹੜਾ ਕਿ ਚੈਲਸੀ ਫੁੱਟਬਾਲ ਟੀਮ ਦਾ ਜਿਹੜਾ ਮਾਲਕ ਹੈ, ਔਰ ਉਹਨਾਂ ਨੇ ਵੀ ਰੂਸ ਦੇ ਵੱਲੋਂ ਯੂਕਰੇਨ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਤੇ ਇਹ ਵੀ ਇੱਕ ਖਬਰਾਂ ਆਈਆਂ ਕਿ ਉਹਨਾਂ ਨੂੰ ਵੀ ਉਹਨਾਂ ਦੀ ਦਵਾਈ ਦੇ ਖਾਣੇ ਦੇ ਵਿੱਚ ਕੁਝ ਇਹੋ ਜਿਹੀਆਂ ਰਸਾਇਣਿਕ ਪਦਾਰਥ ਪਾਏ ਗਏ ਜਿਹਦੇ ਨਾਲ ਉਸਦੀ ਸਿਹਤ ਨੂੰ ਖਤਰਾ ਹੋ ਗਿਆ, ਔਰ ਪਹਿਲਾਂ ਵੀ ਇਹ ਗੱਲਾਂ ਹੋ ਚੁੱਕੀਆਂ ਨੇ। ਪਰ ਹੁਣ ਵੱਡੀ ਜਿਹੜੀ ਮੈਂ ਕਿਹਾ ਡਰ ਉਹਨਾਂ ਨੂੰ ਇਹ ਲੱਗਦਾ, ਅਸੀਂ ਤੁਹਾਨੂੰ ਇੱਕ ਤਸਵੀਰ ਵੀ ਦਿਖਾਉਂਦੇ ਹਾਂ ਕੇਰ ਜੀ, ਕਿ ਜਿਹੜਾ ਯੂਕਰੇਨ ਹੈ ਉਸ ਦੇ ਵੀ 2 ਜਾਂ 3 ਟੋਟੇ ਹੋ ਜਾਣ ਦੀ ਸੰਭਾਵਨਾ ਹੈਗੀ ਆ, ਤਾਂ ਕਿ ਜਿਹੜਾ ਰੂਸ ਹੈ ਉਹ ਆਪਣਾ ਦਬਦਬਾ ਵੀ ਰੱਖੇਗਾ ਉਹਦੇ ਵਿੱਚ। ਅਸੀਂ ਡੋਨਬਾਸ ਦੀ ਗੱਲ ਕਰਦੇ ਹਾਂ, ਜਾਂ ਅਸੀਂ ਅਗਲਾ ਜਿਹੜਾ ਪਾੜਾ ਪਾਇਆ ਉਹਦੇ ਵਿੱਚ ਦਿਖਾਉਂਦੇ ਹਾਂ ਕਿ ਕਿਵੇਂ ਯੂਕਰੇਨ ਦੇ 2-3 ਟੋਟੇ ਵੀ ਕੀਤੇ ਜਾ ਸਕਦੇ ਆ। ਇੱਕ ਤੁਹਾਨੂੰ ਦਿਖਾਵਾਂਗੇ ਜਿਹੜਾ ਪੀਲੀ ਬਾਉਂਡਰੀ ਵਾਲਾ ਹੈ, ਤਸਵੀਰ ਹੈ ਸਾਡੀ, ਉਹਦੇ ਵਿੱਚ ਡੋਨਬਾਸ ਏਰੀਆ ਹੈ ਜਿਹਦੇ ਵਿੱਚ ਦੋਨੇਤਸਕ ਤੇ ਲੁਹਾਂਸਕ ਆਉਂਦੇ ਆ।
ਫਿਰ ਅਸੀਂ ਖਾਰਕੀਵ ਤੇ ਕੀਵ ਦੀ ਗੱਲ ਕਰਦੇ ਆ, ਉਹਦੇ ਵਿੱਚ ਵੀ ਇੱਕ ਲਾਈਨ ਵਾਹੀ ਜਾ ਰਹੀ ਆ। ਸੋ ਮੇਰੇ ਖਿਆਲ ਰੂਸ ਦੀ ਇਹ ਕੋਸ਼ਿਸ਼ ਹੈ ਕਿ ਯੂਕਰੇਨ ਦੇ ਟੋਟੇ ਕੀਤੇ ਜਾਣ ਤਾਂ ਕਿ ਯੂਕਰੇਨ ਸਾਡੇ ਖਿਲਾਫ ਮੁੜ ਕੇ ਕਦੇ ਵੀ ਸਿਰ ਨਾ ਚੁੱਕ ਸਕੇ। ਔਰ ਵੱਡੀ ਜਿਹੜੀ ਮੇਰੇ ਖਿਆਲ ਸਿਰਦਰਦੀ ਹੈਗੀ ਆ ਰੂਸ ਦੀ ਇਸ ਵੇਲੇ, ਉਹਨਾਂ ਨੇ ਕਿਹਾ ਸੀ ਕਿ ਅਸੀਂ ਲੜਾਈ ਬੰਦ ਕਰ ਦਿੰਦੇ ਆ, ਇਹ ਸਾਰੇ ਲੋਕ ਹਥਿਆਰ ਸੁੱਟ ਕੇ ਬਾਹਰ ਚਲੇ ਜਾਣ। ਤੇ ਕੁਝ ਲੋਕਾਂ ਨੂੰ ਪਤਾ ਲੱਗਾ ਹੈ ਕਿ ਮੈਰੀਊਪੋਲ ਤੋਂ ਉਹਨਾਂ ਨੂੰ ਰੂਸ ਦੇ ਵਿੱਚ ਵੀ ਲਿਜਾਇਆ ਗਿਆ ਹੈ, ਜ਼ੋਰਾਜ਼ਰ ਵੀ ਲਿਜਾਇਆ ਗਿਆ ਹੈ। ਤਾਂ ਕੇਰ ਜੀ ਮੈਨੂੰ ਲੱਗਦਾ ਨਹੀਂ ਹੈਗਾ ਕਿ ਇਸ ਵੇਲੇ ਹਲੇ ਇਹ ਗੱਲ ਰੁਕਣ ਦਾ ਨਾ ਲਵੇਗੀ। ਆਪਾਂ ਹੁਣ ਥੋੜਾ ਗੱਲ ਨੂੰ ਅੱਗੇ ਤੋਰਦੇ ਆ ਕਿ ਹੁਣ ਥੋੜਾ ਪੰਜਾਬ ਦੀ ਆਪਾਂ ਗੱਲ ਕਰਦੇ ਆ, ਜਿਵੇਂ ਕਿ ਅਸੀਂ ਗੱਲ ਕੀਤੀ ਹੈ ਹੁਣ ਕਿ ਵਿਸਾਖੀ ਆ ਇੱਕ ਗੱਲ ਮੈਂ ਕਹਿਣੀ ਚਾਹਨਾ, ਸਾਡੇ ਬਹੁਤ ਬੜੇ ਕਵੀ ਹੋਏ ਹੈ ਸਾਹਿਰ ਲੁਧਿਆਣਵੀ। ਸਾਹਿਰ ਲੁਧਿਆਣਵੀ ਨੇ ਇੱਕ ਗੱਲ ਕਹੀ ਹੈ ਕਿ ਜੰਗ ਤਾਂ ਆਪਣੇ ਆਪ ਵਿੱਚ ਇੱਕ ਮਸਲਾ ਹੈ ਤੇ ਜੰਗ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ। ਇਹ ਉਹਦੀ ਕਵਿਤਾ ਬਹੁਤ ਬੜੀ ਕਵਿਤਾ ਹੈ, ਜੰਗ ਹੈ। ਤੇ ਉਹਨੇ ਜਿਹੜੀ ਗੱਲ ਲਿਖੀ ਹੈ ਨਾ ਵੀ ਜੰਗ ਨਾਲ ਮਸਲਾ ਹੱਲ ਨਹੀਂ ਹੋਣਾ, ਸਾਨੂੰ ਇਹ ਬੁਨਿਆਦੀ ਤੌਰ ਤੇ ਲੈ ਕੇ ਚੱਲਣਾ ਚਾਹੀਦਾ। ਹੁਣ ਅੱਗੇ ਚਲੋ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਸ ਜੀ ਅਸੀਂ ਗੱਲ ਕਰਦੇ ਆ ਜੰਗ ਦੀ। ਆਪਾਂ ਕੀ ਗੱਲ ਕਰੀਏ ਕਿ ਦੁਨੀਆ ਦੇ ਉੱਤੇ ਜੇ ਕਹਿ ਦਈਏ ਕਿ ਖਰਬਾਂ ਨੀਲ ਅਸੰਖ ਜਿਹੜੀ ਮਾਇਆ ਹੈਗੀ ਆ ਉਹ ਮਿਲਟਰੀ ਉੱਤੇ ਖਰਚੀ ਜਾ ਰਹੀ ਹੈ। ਪੰਜਾਬ ਦੀ ਗੱਲ ਕਰਦੇ ਆ ਕਿ ਇਸ ਵੇਲੇ ਜੋ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਫਸਲ ਖਰੀਦਣ ਦਾ ਉਹਨਾਂ ਨੇ ਮਨ ਬਣਾ ਕੇ ਉਹਨਾਂ ਨੂੰ ਤਕਰੀਬਨ 25,000 ਕਰੋੜ ਦੀ ਜਿਹੜੀ ਰਾਸ਼ੀ ਉਹਨੂੰ ਜਾਰੀ ਕੀਤੀ ਆ। ਤੇ ਹੁਣੇ ਜੋ ਅਮਿਤ ਸ਼ਾਹ ਦਾ ਫੇਰੀ ਪਾਈ ਆ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ, ਉਹਨਾਂ ਨੇ ਕੁਝ ਐਲਾਨ ਕੀਤੇ ਆ। ਤੁਸੀਂ ਉਹਨਾਂ ਐਲਾਨਾਂ ਨੂੰ ਕਿਸ ਅੱਖ ਨਾਲ ਦੇਖਦੇ ਆ ਕੇਰ ਸ਼ਰੀਫ ਜੀ? ਦੇਖੋ ਚੰਦਰਪਾਲ ਜੀ, ਇਹ ਬਹੁਤ ਮੰਦਭਾਗੀ ਗੱਲ ਹੈ ਜੋ ਨੇ 2 ਦਿਨ ਪਹਿਲਾਂ ਚੰਡੀਗੜ੍ਹ 'ਚ ਆ ਕੇ ਕਹੀ ਹੈ। ਉਹਨਾਂ ਦਾ ਮਕਸਦ ਇਹ ਹੈ ਕਿ ਚੰਡੀਗੜ੍ਹ ਤੋਂ ਪੰਜਾਬ ਦਾ ਜਿਹੜਾ ਹੱਕ ਬਣਦਾ, ਅਸੀਂ ਇਹਨੂੰ ਪੂਰੇ ਤੌਰ ਤੇ ਕੇਂਦਰ ਦੇ ਲੈ ਆਏ। ਇਹ ਪੁੱਗਦਾ ਨਹੀਂ ਹੈ। ਪਤਾ ਜਿਹਨਾਂ ਨੂੰ ਨਹੀਂ ਪਤਾ ਉਹਨੇ ਨਵੀਂ ਹੋਈ ਪੰਜਾਬੀ ਬੋਲਦੇ 29 ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਸੀਗਾ। ਤੇ ਚੰਡੀਗੜ੍ਹ ਪੰਜਾਬ ਦਾ ਅਜੇ ਤੱਕ ਕਹੀਏ ਵੀ ਮਤਲਬ ਅਜੇ ਤੱਕ ਜਿਹੜੀ ਇਹ ਗੱਲ ਸੀਗੀ ਵੀ ਯੂਨੀਅਨ ਟੈਰੀਟਰੀ ਤਾਂ ਬਣ ਗਿਆ ਸੀਗਾ, ਪਰ ਪੱਕੇ ਤੌਰ ਤੇ ਪੰਜਾਬ ਨਾਲੋਂ ਤੋੜਿਆ ਨਹੀਂ ਗਿਆ। ਪੰਜਾਬ ਦਾ ਹੱਕ ਬਣਦਾ ਹੈ। ਇਸੇ ਕਰਕੇ ਪੰਜਾਬ ਲਈ ਹਰਿਆਣੇ ਵਾਲੇ ਵੀ ਵਿੱਚ ਕਰਦੇ ਰਹਿੰਦੇ ਕੋਈ ਨਾ ਕੋਈ ਸ਼ਰਾਰਤ ਇਹ ਵੀ ਹੈ ਕਿ ਜਦੋਂ ਕੇਂਦਰ ਸਰਕਾਰ ਨੇ, ਇਹ ਕਾਂਗਰਸ ਦੀ ਸਰਕਾਰ ਵੇਲੇ ਸੀਗਾ, ਤੇ ਹਰਿਆਣੇ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਆਪਣੀ ਰਾਜਧਾਨੀ ਨਵੀਂ ਬਣਾ ਲਓ ਤੇ ਤੁਹਾਨੂੰ ਨਵੀਂ ਰਾਜਧਾਨੀ ਲਈ ਪੈਸਾ ਵੀ ਦੇ ਦਿੱਤਾ ਜਾਊਗਾ। ਪਰ ਉਹਨਾਂ ਨੇ ਉਹ ਟਿੰਡ 'ਚ ਕਾਨਾ ਪਾਈ ਰੱਖਣ ਲਈ ਆਪਣੀ ਨਵੀਂ ਰਾਜਧਾਨੀ ਬਣਾਉਣ ਦਾ ਯਤਨ ਨਹੀਂ ਕੀਤਾ। ਚੰਡੀਗੜ੍ਹ 'ਚ ਹੀ ਆਪਣੀ ਵੀ ਰਾਜਧਾਨੀ ਬਣਾਈ ਰੱਖੀ ਹੈ। ਉੱਥੇ ਹੀ ਉਹਨਾਂ ਦੀ ਜਿਹੜੀ ਹੈਗੀ ਹੈ ਵਿਧਾਨ ਸਭਾ ਹੈ, ਉੱਥੇ ਹੀ ਉਹਨਾਂ ਦੇ ਬਹੁਤੇ ਦਫ਼ਤਰ ਨੇ। ਹਾਲਾਂਕਿ ਬਹੁਤੇ ਦਫ਼ਤਰ ਉਹ ਚੱਕ ਲੈ ਗਏ ਨੇ ਆਪਣੇ ਪੰਚਕੂਲਾ 'ਚ। ਇਸੇ ਕਰਕੇ ਇੱਕ ਗੱਲ ਜਿਹੜੀ ਬਹੁਤ ਮਾੜੀ ਹੋਈ ਸੀਗੀ ਉਹ ਬਾਦਲਾਂ ਦੇ ਰਾਜ ਵੇਲੇ ਕਿ ਉਹਨਾਂ ਨੇ ਵੀ ਚੰਡੀਗੜ੍ਹ ਤੋਂ ਹੌਲੀ ਹੌਲੀ ਆਪਣਾ ਹੱਕ ਛੱਡਣ ਦੇ ਲਈ ਬਹੁਤ ਸਾਰੇ ਜਿਹੜੇ ਦਫ਼ਤਰ ਸਨ ਪੰਜਾਬ ਦੇ ਉਹ ਮੋਹਾਲੀ 'ਚ ਚੇਂਜ ਕੀਤੇ ਸਨ, ਜਿਹਨੂੰ ਨਵਾਂ ਚੰਡੀਗੜ੍ਹ ਕਹੀ ਜਾਂਦੇ ਆ। ਨਵੇਂ ਚੰਡੀਗੜ੍ਹ ਦੀ ਤਾਂ ਲੋੜ ਪਵੇ ਜੇ ਚੰਡੀਗੜ੍ਹ ਸਾਡੇ ਕੋਲੋਂ ਖੁੱਸ ਗਿਆ ਹੋਵੇ ਜਾਂ ਚੰਡੀਗੜ੍ਹ ਸਾਡਾ ਨਾ ਹੋਵੇ। ਅੱਜ ਤਾਈਂ ਤਾਂ ਇਹੀ ਚੰਡੀਗੜ੍ਹ ਦੀ ਗੱਲ ਹੋਈ ਹੈ ਕਿ ਹੁਣ ਜਿਹੜਾ ਅਮਿਤ ਸ਼ਾਹ ਨੇ ਇਹ ਹੁਣ ਨਹੀਂ ਕਿਹਾ, ਇਹ ਤੋਂ ਪਹਿਲਾਂ ਵੀ ਚੋਣਾਂ ਵੇਲੇ ਜਦੋਂ ਪ੍ਰਧਾਨ ਮੰਤਰੀ ਮੋਦੀ ਹੋਰੀ ਆਏ ਨੇ ਪੰਜਾਬ 'ਚ, ਉਦੋਂ ਵੀ ਅਮਿਤ ਸ਼ਾਹ ਵੀ ਆਏ, ਮੋਦੀ ਵੀ ਆਏ। ਉਹਨਾਂ ਨੇ ਇੱਕ ਗੱਲ ਕਹੀ ਸੀਗੀ ਵੀ ਜਿਹੜਾ ਨਸ਼ਿਆਂ ਦਾ ਮਸਲਾ ਹੈ ਇਹ ਹੁਣ ਕੇਂਦਰ ਹੱਲ ਕਰੂ ਪੰਜਾਬ ਦਾ। ਨਸ਼ਿਆਂ ਦਾ ਮਾਮਲਾ ਤਾਂ ਪੰਜਾਬ ਸਰਕਾਰ ਨਾਲ ਸੰਬੰਧ ਰੱਖਦਾ ਤੇ ਸੂਬਿਆਂ ਦੇ ਆਪੋ ਆਪਣੇ ਅਧਿਕਾਰ ਨੇ। ਉਨੀ ਸੂਬਿਆਂ ਦੇ ਅਧਿਕਾਰ ਨੂੰ ਖੋਰਾ ਲਾਉਣ ਲਈ ਇਹ ਬਿਆਨ ਦਿੱਤੇ ਸਨ ਤੇ ਹੁਣ ਉਹੀ ਸੂਬਿਆਂ ਦੇ ਅਧਿਕਾਰ ਨੂੰ ਖੋਰਾ ਲਾਉਣ ਲਈ ਹੀ ਚੰਡੀਗੜ੍ਹ ਤੇ ਆਪਣਾ ਜਿਹੜਾ ਕਹੀਏ ਵੀ ਹੱਕ ਜਮਾਉਣ ਦਾ ਯਤਨ ਕੀਤਾ ਹੈ। ਇੱਥੇ ਮੈਂ ਇੱਕ ਗੱਲ ਹੋਰ ਕਰ ਦਿਆਂ ਕਿ ਜਦੋਂ ਜੰਮੂ ਕਸ਼ਮੀਰ ਤੋੜਿਆ ਗਿਆ, ਜੰਮੂ ਕਸ਼ਮੀਰ ਦਾ ਸੂਬਾ ਤੋੜਿਆ ਗਿਆ, ਜਿਹੜੇ ਅੱਜ ਪੰਜਾਬ ਲਈ ਬਹੁਤ ਭੁੜਕੇ ਆ ਨਾ ਬਾਦਲ ਸਾਹਿਬ, ਇਹਨਾਂ ਦੀ ਪਾਰਟੀ ਨੇ 370 ਧਾਰਾ ਖਤਮ ਕਰਕੇ ਕਸ਼ਮੀਰ ਨੂੰ ਯੂਟੀ ਬਣਾਉਣ ਦੇ ਹੱਕ 'ਚ ਵੋਟ ਪਾਈ। ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਸੂਬਿਆਂ ਦੇ ਅਧਿਕਾਰ ਨੂੰ ਖੋਰਾ ਲਾਉਣ ਵਾਲੇ ਹੱਕ ਜਿਹੜਾ ਆਇਆ ਸੀਗਾ ਕਾਨੂੰਨ, ਉਹਦੇ ਹੱਕ 'ਚ ਵੋਟ ਪਾਈ। ਤੇ ਹੁਣ ਇਹ ਕਿਹੜੇ ਮੂੰਹ ਨਾਲ, ਅੱਜ 3 ਦਿਨ ਹੋ ਗਏ ਆ, ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਨਹੀਂ ਕੀਤੀ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ, ਰਾਜਸੀ ਪਾਰਟੀਆਂ ਨਹੀਂ, ਧਾਰਮਿਕ ਸਮਾਜਿਕ ਸਾਰੀਆਂ ਸੰਸਥਾਵਾਂ ਨੂੰ ਇਕੱਠਾ ਕਰਕੇ ਇਹਦੇ ਬਾਰੇ ਗੱਲ ਕਰਨ ਕਿ ਚੰਡੀਗੜ੍ਹ ਸਾਡਾ ਹੈ ਭਾਈ, ਤੁਸੀਂ ਇੱਥੇ ਜਿਹੜੇ ਕਾਨੂੰਨ ਹੈ ਉਹ ਸੈਂਟਰ ਦੇ ਕਿਉਂ ਲਾਗੂ ਕਰਨੇ ਚਾਹੁੰਦੇ ਆ। ਉਹ ਲਾਲਚ ਕਹਿ ਦਿੱਤਾ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਵੱਧ ਜਾਣਗੀਆਂ। ਮੁਲਾਜ਼ਮਾਂ ਤਾਂ ਖੁਸ਼ੀ ਹੋਊਗੀ, ਸ਼ਾਇਦ ਮੁਲਾਜ਼ਮਾਂ ਨੂੰ ਜਿੱਤਣ ਲਈ
ਬਹੁਤ ਸਾਰੇ ਮੁਲਾਜ਼ਮਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਕੱਲਾ ਆਰਥਿਕ ਮਸਲਾ ਹੀ ਨਹੀਂ ਹੈ, ਇਹ ਭੂਗੋਲਿਕ ਮਸਲਾ ਵੀ ਹੈ, ਤੁਹਾਡੀ ਜੰਮਣ ਭੋ ਨਾਲ ਜੁੜਿਆ ਮਸਲਾ ਹੈ। ਇਸ ਕਰਕੇ ਪੰਜਾਬ ਦੀ ਧਰਤੀ ਨੂੰ ਕੇਂਦਰ ਆਪਣੇ ਕਬਜ਼ੇ 'ਚ ਪੱਕੇ ਤੌਰ ਤੇ ਆਪਣੇ ਕਬਜ਼ੇ 'ਚ ਲੈਣ ਲਈ ਇਹ ਯਤਨ ਕਰ ਰਿਹਾ ਹੈ, ਜਿਹਦਾ ਵੱਧ ਤੋਂ ਵੱਧ ਵਿਰੋਧ ਹੋਣਾ ਚਾਹੀਦਾ ਹੈ। ਹੁਣ ਤੱਕ ਤਾਂ ਇਹੀ ਸੀਗਾ ਨਾ ਵੀ ਮਤਲਬ ਚੰਡੀਗੜ੍ਹ ਸਾਨੂੰ ਦਿਓ ਜੀ। ਪਿਛਲੇ ਵਾਰੀ ਮੋਦੀ ਉਹਨਾਂ ਦੇ ਆਉਣ ਤੋਂ ਬਾਅਦ ਵੀ ਪਿਛਲੀ ਵਾਰੀ ਵੀ ਸੀਗਾ ਜੀ, ਐਲਾਨ ਹੋਣ ਲੱਗਾ। ਇਹ ਪਤਾ ਨਹੀਂ ਕਿਹੜੀਆਂ ਗਾਜਰਾਂ ਜਿਹੜੀਆਂ ਗਾਹ ਤੋਂ ਗਾਹ ਤੁਰੀ ਜਾਂਦੀਆਂ, ਉੱਠਦਾ ਬੁੱਲ ਡਿੱਗਣ ਦੀ ਨਾਂ ਨਹੀਂ ਲੈ ਰਿਹਾ। ਸਾਨੂੰ ਇਹ ਚਾਹੀਦਾ ਇਸ ਵੇਲੇ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਹੋਰ ਮਾਰਨਾ ਨਹੀਂ ਚਾਹੀਦਾ। ਠੀਕ ਹੈ ਜੀ, ਕੇਰ ਜੀ ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਦਾ ਬਹੁਤ 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 ਧੰਨਵਾਦ ਕਰਦੇ ਹਾਂ। ਇੱਥੇ ਸਮਾਂ ਸਾਡੇ ਕੋਲ ਅੱਜ ਇਜਾਜ਼ਤ ਨਹੀਂ ਦੇ ਰਿਹਾ, ਤੇ ਅਗਲੀ ਵਾਰ ਫਿਰ ਤੁਹਾਨੂੰ ਸੇਵਾ ਦਾ ਮੌਕਾ ਦੇਵਾਂਗੇ। ਇੱਥੇ ਹੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਹਿਬ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਕੇਰ ਸ਼ਰੀਫ ਜੀ। ਜਿਵੇਂ ਕਿ ਉਹਨੇ ਗੱਲ ਕੀਤੀ ਆ, ਵਾਕਈ ਜੇ ਕਹਿ ਦਈਏ ਕਿ ਪਿਛਲੇ ਜੇ ਆਪਾਂ 50 ਸਾਲਾਂ 40 ਸਾਲਾਂ ਦੀ ਗੱਲ ਕਰ ਲਈਏ ਕਿ ਅਕਾਲੀ ਪਾਰਟੀ, ਕਾਂਗਰਸ ਪਾਰਟੀ ਕਿਸੇ ਨੇ ਵੀ ਚੰਡੀਗੜ੍ਹ ਲੈਣ ਦੇ ਲਈ ਹਾਂ ਦਾ ਨਾਅਰਾ ਨਹੀਂ ਮਾਰਿਆ। ਹਾਂ, ਜਦੋਂ ਅਸੀਂ ਬਹੁਤ ਪੁਰਾਣੀ ਗੱਲ ਕਰਦੇ ਹਾਂ, 60ਵੇਂ ਦੀ ਗੱਲ ਕਰਦੇ ਹਾਂ ਕਿ ਦਰਸ਼ਨ ਸਿੰਘ ਫੇਰੂਮਾਨ ਨੇ ਜੋ ਮੋਰਚਾ ਲਾਇਆ ਸੀ, ਭੁੱਖ ਹੜਤਾਲ ਕੀਤੀ ਸੀ, 56 ਦਿਨ ਭੁੱਖੇ ਰਹਿ ਕੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਅਕਾਲੀਆਂ ਨੂੰ ਸ਼ਰਮ ਨਹੀਂ ਆਈ ਕਿ ਇਹਨਾਂ ਨੇ ਪੰਜਾਬ ਨੂੰ ਚੰਡੀਗੜ੍ਹ ਦਿਵਾਉਣ ਵਾਸਤੇ ਕਦੇ ਵੀ ਕੋਈ ਇਹਨਾਂ ਨੇ ਯਤਨ ਨਹੀਂ ਕੀਤਾ, ਜਦ ਕਿ ਕੇਂਦਰ ਸਰਕਾਰ ਬਣਨ ਤੋਂ ਪਹਿਲਾਂ ਹੀ ਨਹਿਰੂ ਹੁਣੀ ਇਹ ਜਦੋਂ ਬਣਾਇਆ ਸੀ ਇਹ ਚੰਡੀਗੜ੍ਹ, ਤਾਂ ਉਹਨਾਂ ਨੇ ਦਾਅਵਾ ਕੀਤਾ ਸੀ ਇਹ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ, ਕਿਉਂਕਿ ਪੰਜਾਬ ਦੇ ਪਿੰਡ ਹੀ ਉਹਨਾਂ ਦਿਨਾਂ ਵਿੱਚ ਉਜਾੜੇ ਗਏ ਸੀ, ਹਰਿਆਣਾ ਤਾਂ ਬਾਅਦ ਚ ਬਣਾਇਆ ਸੀ। ਸੋ ਬਹੁਤ ਸਾਰੀਆਂ ਸਮੱਸਿਆਵਾਂ ਨੇ, ਅਸੀਂ ਇਹਨਾਂ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਵਾਂਗੇ। ਤੇ ਆਓ ਅਸੀਂ ਗੱਲ ਕਰਦੇ ਹਾਂ ਹੁਣ ਅੱਜ ਦੇ ਜੋ ਬਰਤਾਨਵੀ ਅਖਬਾਰਾਂ ਦੇ ਵਿੱਚ ਇਹਨਾਂ ਦਿਨਾਂ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਦੀ ਅਸੀਂ ਗੱਲ ਕਰਾਂਗੇ। ਸਾਡੀ ਨਾਲ ਉਹ ਗੱਲਬਾਤ ਦੀ ਸਮੀਖਿਆ ਕਰਨ ਵਾਸਤੇ ਅਖਬਾਰਾਂ ਦੀ ਜਾਂ ਇੱਥੋਂ ਦੀ ਜਿਹੜੀ ਬਰਤਾਨਵੀ ਪ੍ਰੈਸ ਹੈ ਉਹਦੀ ਸਮੀਖਿਆ ਕਰਨ ਵਾਸਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਬਲਦੇਵ ਕੰਦੋਲਾ ਜੀ। ਬਲਦੇਵ ਕੰਦੋਲਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅੱਜ ਕੇਰ ਸ਼ਰੀਫ ਜੀ ਨੇ ਮੈਂ ਥੋੜਾ ਤੁਹਾਡਾ ਸਮਾਂ ਲੈ ਲਿਆ, ਲੱਗਦਾ ਤੁਹਾਨੂੰ ਕਿੱਦਾਂ ਲੱਗੀ ਗੱਲਬਾਤ ਤੁਹਾਨੂੰ ਕੇਰ ਸ਼ਰੀਫ ਜੀ ਦੀ? ਦੇਖੋ, ਇਹ ਜਿਹੜਾ ਚੰਡੀਗੜ੍ਹ ਦਾ ਮਸਲਾ ਹੈਗਾ, ਇਹ ਬਹੁਤ ਚਿਰ ਪਹਿਲਾਂ ਹੀ ਹੱਲ ਹੋ ਜਾਣਾ ਚਾਹੀਦਾ ਸੀਗਾ, ਪਰ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ, ਪੋਲੀਟੀਕਲ ਪਾਰਟੀਆਂ, ਉਹਨਾਂ ਦੀ ਇਹ ਮਹਾ ਕਮਜ਼ੋਰੀ ਰਹੀ ਆ ਕਿ ਬਈ ਉਹਨਾਂ ਨੇ ਇਸ ਸ਼ਹਿਰ ਦੇ ਉੱਤੇ ਆਪਣਾ ਹੱਕ ਨਹੀਂ ਜਮਾਇਆ। ਔਰ ਹੁਣ ਜੋ ਕੁਝ ਹੋ ਰਿਹਾ ਕਿ ਇਹ ਇਸੇ ਚੀਜ਼ ਦਾ ਨਤੀਜਾ ਹੈਗਾ ਕਿ ਉਹ ਪੋਲੀਟੀਕਲ ਮਸਲਿਆਂ ਦਾ ਹੱਲ ਕਰਨ ਤੋਂ ਬਿਲਕੁਲ ਨਾਕਾਮਯਾਬ ਰਹੇ ਹੈਗੇ ਆ ਜੀ। ਤੇ ਬਲਦੇਵ ਜੀ, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਹਰ ਹਫ਼ਤੇ ਇਸ ਪ੍ਰੋਗਰਾਮ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਜੇ ਰੇਡੀਓ ਟੀਵੀ ਆਪਣਾ ਕੰਮ ਕਰ ਰਹੇ ਨੇ, ਜੋ ਇੱਥੋਂ ਦੀ ਪ੍ਰੈਸ ਹੈਗੀ ਆ, ਬਰਤਾਨਵੀ ਅਖਬਾਰਾਂ ਨੇ, ਉਹਨਾਂ ਦੇ ਵਿੱਚ ਵੀ ਬਹੁਤ ਸਾਰੀ ਜਿਹੜੀ ਜਾਣਕਾਰੀ ਸਾਨੂੰ ਮਿਲਦੀ ਰਹਿੰਦੀ ਆ। ਤੇ ਤੁਹਾਡੀ ਨਜ਼ਰ ਕਿਹੜੀਆਂ ਅਖਬਾਰਾਂ ਉੱਤੇ ਪਈ ਤੇ ਕਿਹੜੀਆਂ ਜਿਹੜੀਆਂ ਖਬਰਾਂ ਨੇ ਉਹ ਸੁਰਖੀਆਂ ਬਣੀਆਂ ਨੇ ਜਾਂ ਫਰੰਟ ਪੇਜ ਹੈਡਲਾਈਨਸ ਬਣੀਆਂ ਨੇ? ਤੁਸੀਂ ਕਿਹੜੀ ਅਖਬਾਰ ਤੋਂ ਸ਼ੁਰੂ ਕਰਨਾ ਚਾਹੁੰਦੇ ਆ ਬਲਦੇਵ ਜੀ? ਬਿਲਕੁਲ ਜੀ, ਲਗਭਗ ਸਾਰੀਆਂ ਅਖਬਾਰਾਂ ਨੇ, ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੋਏਗਾ ਕਿ ਬਈ ਉਹਨਾਂ ਦੇ 3 ਘਟਨਾਵਾਂ ਹੈਗੀਆਂ, ਤਾਂ 3 ਖਬਰਾਂ ਹੈਗੀਆਂ ਜਿਨ੍ਹਾਂ ਨੂੰ ਆਪਣੀਆਂ ਸੁਰਖੀਆਂ ਬਣਾਇਆ ਹੈਗਾ। ਸਭ ਤੋਂ ਪਹਿਲਾਂ ਆਪਾਂ ਮਿਰਰ ਅਖਬਾਰ ਦਾ ਦੇਖਦੇ ਹਾਂ। ਇਹਦੇ ਵਿੱਚ ਜਿਹੜੀਆਂ 3 ਸੁਰਖੀਆਂ ਹੈਗੀਆਂ, ਇੱਕ ਤਾਂ ਜਿਹੜੀ ਪਿਛਲੇ 4 ਹਫ਼ਤਿਆਂ ਤੋਂ ਰੂਸ ਦੀ ਤੇ ਯੂਕਰੇਨ ਦੀ ਲੜਾਈ ਚੱਲ ਰਹੀ ਆ, ਉਹਦਾ ਜ਼ਿਕਰ ਕੀਤਾ ਹੈਗਾ ਕਿ ਇਹਦੇ ਵਿੱਚ ਨਵੀਂ ਖਬਰ ਜੋ ਆਈ ਆ ਉਹ ਇਹ ਆ ਕਿ ਬਈ 3 ਮਾਰਚ ਨੂੰ ਜਦੋਂ ਯੂਕਰੇਨ ਦੀ ਤੇ ਰੂਸ ਦੀ ਗੱਲਬਾਤ ਚੱਲ ਰਹੀ ਸੀ, ਤਾਂ ਉੱਥੇ ਰੋਮਨ ਐਬਰਾਹਿਮੋਵਿਚ ਜਿਹੜਾ ਹੈਗਾ ਆ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗਾ। ਔਰ ਇਹ ਕਿਹਾ ਜਾ ਰਿਹਾ ਕਿ ਬਈ ਐਬਰਾਮੋਵਿਚ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਰੂਸੀਆਂ ਵੱਲੋਂ, ਤੇ ਉਹਦਾ ਜ਼ਿਕਰ ਕਰਦਾ ਤੇ ਇਹ ਕਹਿ ਰਹੇ ਹੈਗੇ ਆ ਕਿ ਬਈ ਮਿਰਰ ਦਾ ਕਹਿਣਾ ਆ ਕਿ ਬਈ ਇਹ ਇੱਕ ਹੋਰ ਰੂਸੀਆਂ ਵੱਲੋਂ ਅਤਿਆਚਾਰ ਦਾ ਹਮਲਾ ਕੀਤਾ ਗਿਆ ਹੈਗਾ। ਲੇਕਿਨ ਜਿਹੜੀਆਂ ਇਹਦੇ ਨਾਲ ਉਹ ਖਬਰਾਂ ਵੀ ਆ ਰਹੀਆਂ ਜਿਹੜੀਆਂ ਕਿ ਇਹ ਕਹਿ ਰਹੇ ਹੈਗੇ ਆ ਕਿ ਬਈ ਜੀ ਉਹ ਕੋਈ ਜ਼ਹਿਰ ਦਾ ਹਮਲਾ ਨਹੀਂ ਸੀ, ਬਲਕਿ ਉਹਦੇ ਤੇ ਮੌਸਮ ਦਾ ਅਸਰ ਹੋਇਆ ਸੀ। ਔਰ ਇਹਦੇ ਬਾਰੇ ਜਿਹੜੀ ਯੂਕਰੇਨ ਦੇ ਹੈਗੇ ਆ ਡੈਲੀਗੇਟ, ਉਹਨਾਂ ਨੇ ਵੀ ਇਹ ਡਿਨਾਈ ਕੀਤਾ ਕਿ ਇਹਦੇ ਵਿੱਚ ਜ਼ਹਿਰ ਦੇਣ ਦੀ ਕੋਈ ਸੱਚਾਈ ਨਹੀਂ ਹੈਗੀ। ਲੇਕਿਨ ਯੂਕੇ ਦੀਆਂ ਜਿਹੜੀਆਂ ਅਖਬਾਰਾਂ, ਉਹਨਾਂ ਨੇ ਬਹੁਤ ਵੱਧ ਚੜ ਕੇ
ਜਿਸ ਤਰ੍ਹਾਂ ਤੁਸੀਂ ਦੇਖਦੇ ਹੀ ਆ ਡੇਲੀ ਮਿਰਰ ਨੇ ਇਹਦਾ ਜ਼ਿਕਰ ਕੀਤਾ। ਇਹਦੇ ਨਾਲ ਜਿਹੜੀ ਇੱਕ ਹੋਰ ਸਟੋਰੀ ਬਣੀ ਹੈਗੀ ਆ ਉਹ ਹੈਗੀ ਆ ਕਿ ਤੁਹਾਨੂੰ ਪਤਾ ਕਿ ਜਿਹੜੇ ਫਿਲਮ ਜਗਤ ਨਾਲ ਜੁੜੇ ਐਕਟਰ ਔਰ ਜੋ ਹੋਰ ਕਲਾਕਾਰ ਹੈਗੇ ਆ ਉਹਨਾਂ ਦਾ ਜਿਹੜਾ ਆਸਕਰ ਦਾ ਇਨਾਮ ਹਰ ਸਾਲ ਦਿੱਤਾ ਜਾਂਦਾ, ਉੱਥੇ ਇਹ ਘਟਨਾ ਵਾਪਰੀ ਹੈਗੀ ਆ ਕਿ ਬਈ ਇੱਕ ਕਮੇਡੀਅਨ ਨੇ ਜੋ ਕਿ ਇਹ ਅਨਾਉਂਸ ਕਰਨ ਜਾ ਰਿਹਾ ਸੀ ਕਿ ਬਈ ਅਗਲਾ ਇਨਾਮ ਕਿਹਨੂੰ ਮਿਲੇਗਾ, ਉਹਨੇ ਇੱਕ ਅਮਰੀਕੀ ਐਕਟਰ ਜਿਹੜਾ ਹੈਗਾ ਵਿਲ ਸਮਿਥ, ਉਹਦੀ ਪਤਨੀ ਨੂੰ ਇੱਕ ਬਾਲ ਝੜਨ ਦੀ ਬਿਮਾਰੀ ਹੈਗੀ ਆ ਤੇ ਇਸ ਕਮੇਡੀਅਨ ਨੇ ਉਹਦੀ ਪਤਨੀ ਦਾ ਜਿਹੜੇ ਬਾਲ ਝੜਨ ਦੀ ਬਿਮਾਰੀ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਵਿਲ ਸਮਿਥ ਨੂੰ ਬਹੁਤ ਚੰਗਾ ਨਹੀਂ ਲੱਗਾ ਤੇ ਉਹਨੇ ਸਟੇਜ ਤੇ ਜਾ ਕੇ ਉਸ ਕਮੇਡੀਅਨ ਦੇ ਥੱਪੜ ਮਾਰਦਾ ਹੈਗਾ ਤੇ ਉਹਦੀਆਂ ਜਿਹੜੀਆਂ ਹੈਗੀਆਂ ਫੋਟੋ ਔਰ ਇਹ ਸਟੋਰੀ ਪਿਛਲੇ ਕਈ ਦਿਨਾਂ ਤੋਂ ਕਾਫੀ ਗਰਮੋ ਗਰਮ ਚੱਲ ਰਹੀ ਆ। ਨਾਲ ਦੀ ਨਾਲ ਜਿਹੜਾ ਤੁਹਾਨੂੰ ਪਤਾ ਹੀ ਆ ਕਿ ਕੋਵਿਡ ਦੇ ਸਿਲਸਿਲੇ ਦੇ ਵਿੱਚ ਸਾਡੀ ਆਪਣੀ ਸਰਕਾਰ ਨੇ ਪਾਬੰਦੀਆਂ ਲਾਈਆਂ ਸੀਗੀਆਂ ਜਿਹੜੀਆਂ ਕਿ ਸਰਕਾਰ ਤੇ ਵੀ ਲਾਗੂ ਹੁੰਦੀਆਂ ਸੀ, ਆਮ ਜਨਤਾ ਤੇ ਵੀ ਲਾਗੂ ਹੁੰਦੀਆਂ ਸੀ। ਲੇਕਿਨ ਤੁਹਾਨੂੰ ਪਤਾ ਹੋਏਗਾ ਕਿ ਬਈ 10 ਡਾਊਨਿੰਗ ਸਟਰੀਟ ਦੇ ਵਿੱਚ ਇਹਦੇ ਵਿਰੁੱਧ ਨਹੀਂ ਕਹੂੰਗਾ ਮੈਂ, ਇਹਦੀ ਇਸ ਕਾਨੂੰਨ ਦੀ ਉਲੰਘਣਾ ਕਰਕੇ ਪਾਰਟੀਆਂ ਕੀਤੀਆਂ ਗਈਆਂ ਸੀ, ਜਿਹਨੂੰ ਕਿ ਪਾਰਟੀ ਗੇਟ ਦਾ ਮਸਲਾ ਕਿਹਾ ਗਿਆ ਹੈਗਾ। ਔਰ ਉਹ ਗੱਲ ਜਿਹੜੀ ਸੀ ਪੁਲਿਸ ਤੱਕ ਪਹੁੰਚੀ ਔਰ ਪੁਲਿਸ ਨੇ ਉਹਨੂੰ ਅੱਗੇ ਇਨਵੈਸਟੀਗੇਸ਼ਨ ਕਰਕੇ ਹੁਣ ਮੇਰਾ ਖਿਆਲ ਆ ਕਿ ਬਈ ਪੁਲਿਸ ਇਹਨਾਂ ਮਿਨਿਸਟਰਾਂ ਤੇ ਜਾਂ ਜਿਨ੍ਹਾਂ ਨੇ ਵੀ ਇਸ ਪਾਰਟੀ ਦੇ ਵਿੱਚ ਹਿੱਸਾ ਲਿਆ ਸੀ ਉਹਨਾਂ ਦੇ ਉੱਤੇ ਜੁਰਮਾਨਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਇਹਦੇ ਤੋਂ ਅੱਗੇ ਜਾ ਕੇ ਇਹ ਜਿਹੜੀ ਸਟੋਰੀ ਹੈਗੀ ਆ ਉਹ ਕਿੱਦਾਂ ਬਣਦੀ ਹੈਗੀ ਆ, ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਬਈ ਇਸ ਸਿਲਸਿਲੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਜੌਨਸਨ ਨੂੰ ਅਸਤੀਫਾ ਦੇਣਾ ਚਾਹੀਦਾ ਕਿ ਉਹ ਜਿਹੜੀਆਂ ਪਾਰਟੀਆਂ ਕੀਤੀਆਂ ਗਈਆਂ ਸੀਗੀਆਂ ਉਹਦੇ ਵਿੱਚ ਇਹਦੀ ਜ਼ਿੰਮੇਵਾਰੀ ਜ਼ਿਆਦਾ ਸੀ। ਹੁਣ ਜੇਕਰ ਅਸੀਂ ਅਗਲੀ ਅਖਬਾਰ ਤੱਕ ਜਾਂਦੇ ਹਾਂ ਤੇ ਉਹ ਆਪਣੀ ਗਾਰਡੀਅਨ ਅਖਬਾਰ ਹੈਗੀ ਆ ਤੇ ਉਹ ਗਾਰਡੀਅਨ ਅਖਬਾਰ ਨੇ ਵੀ ਇਹਨਾਂ ਹੀ ਸਟੋਰੀਆਂ ਨੂੰ ਮੁੱਖ ਰੱਖ ਕੇ ਜ਼ਿਕਰ ਕੀਤਾ ਹੈਗਾ। ਬਹੁਤ ਵੱਡੀ ਸਾਰੀ ਫੋਟੋ ਜਿਹੜੀ ਆ ਉਹ ਥੱਪੜ ਮਾਰਦੇ ਦੀ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵਿਲ ਸਮਿਥ ਨੇ ਉਹ ਕਮੇਡੀਅਨ ਨੂੰ ਥੱਪੜ ਮਾਰਿਆ, ਉਹਦੀ ਫੋਟੋ ਵੀ ਵੱਡੇ ਪੈਮਾਨੇ ਤੇ ਦਿੱਤੀ ਹੈਗੀ ਆ। ਇਹਦੇ ਨਾਲ ਯੂਕਰੇਨ ਦਾ ਮਸਲਾ ਜਿਹੜਾ ਉਹਦਾ ਵੀ ਜ਼ਿਕਰ ਕੀਤਾ ਹੈਗਾ ਕਿ ਬਈ ਇਬਰਾਮੋਵਿਚ ਨੂੰ ਹਾਂਜੀ ਉਹਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਆ, ਜੋ ਕਿ ਭਾਵੇਂ ਉਛਾਲਿਆ ਜ਼ਰੂਰ ਗਿਆ ਹੈਗਾ ਪਰ ਉਹ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਲੱਗਦੀ ਹੈਗੀ। ਤੇ ਇਹਦੇ ਨਾਲ ਹੀ ਗਾਰਡੀਅਨ ਨੇ ਜਿਹੜਾ ਹੈਗਾ ਆ 10 ਡਾਊਨਿੰਗ ਸਟਰੀਟ ਦੀਆਂ ਪਾਰਟੀਆਂ ਹੈਗੀਆਂ ਉਹਨਾਂ ਦਾ ਵੀ ਜ਼ਿਕਰ ਕੀਤਾ ਹੈਗਾ ਕਿ ਬਈ ਪੁਲਿਸ ਬਹੁਤ ਛੇਤੀ ਉਹਨਾਂ ਨੂੰ ਜੁਰਮਾਨੇ ਕਰਨ ਦੇ ਲਈ ਇਸ਼ੂ ਕਰਨਗੇ। ਤੇ ਅਗਲੀ ਜਿਹੜੀ ਅਖਬਾਰ ਹੈਗੀ ਆ ਉਹ ਫਾਈਨੈਂਸ਼ੀਅਲ ਟਾਈਮਜ਼ ਹੈਗੀ ਆ। ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਇਹ ਵੀ ਜ਼ਿਕਰ ਕਰਦੇ ਹੈਗੇ ਆ ਕਿ ਯੂਕਰੇਨ ਤੇ ਰੂਸ ਦੀ ਲੜਾਈ ਦਾ ਤੁਹਾਨੂੰ ਪਤਾ ਕਿ ਭਾਵੇਂ ਪਹਿਲ ਜਦੋਂ ਰੂਸ ਨੇ ਹੱਲਾ ਕੀਤਾ ਹੀ ਆ ਕਿ ਉਹ ਯੂਕਰੇਨ ਦੇ ਇਲਾਕੇ ਵਿੱਚ ਧੁੱਸ ਗਏ ਸੀ, ਲੇਕਿਨ ਯੂਕਰੇਨ ਦੀਆਂ ਫੌਜਾਂ ਨੇ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੇ ਜਿਹੜੇ ਇਲਾਕੇ ਆਪਣੇ ਹੱਥ 'ਚ ਲੈ ਲਏ ਸੀ ਉਹਨਾਂ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਆ ਔਰ ਉਹ ਕਾਮਯਾਬ ਵੀ ਹੋਏ ਹੈਗੇ ਆ। ਫਾਈਨੈਂਸ਼ੀਅਲ ਟਾਈਮਜ਼ ਨੇ ਇਹਦਾ ਜ਼ਿਕਰ ਕੀਤਾ ਹੈਗਾ ਕਿ ਬਈ ਯੂਕਰੇਨ ਦੀਆਂ ਫੌਜਾਂ ਨੇ ਕੁਝ ਇਲਾਕੇ ਵਾਪਸ ਲਏ ਹੈਗੇ ਆ। ਤੇ ਇਹਦੇ ਨਾਲ ਜਿਹੜੀਆਂ ਦੂਸਰੀਆਂ ਖਬਰਾਂ ਹੈਗੀਆਂ ਉਹ ਜਿਹੜੀ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਜਿਹੜੇ ਡੈਲੀਗੇਟਸ ਉੱਥੇ ਗੱਲਬਾਤ ਕਰ ਰਹੇ ਸੀ ਰੂਸ ਤੇ ਯੂਕਰੇਨ ਦੇ ਨਾਲ, ਉਹਦਾ ਵੀ ਜ਼ਿਕਰ ਕੀਤਾ ਹੈਗਾ। ਤੇ ਆਪਣੀ ਅਗਲੀ ਅਖਬਾਰ ਜਿਹੜੀ ਹੈਗੀ ਆ ਉਹ ਹੈਗੀ ਆ ਡੇਲੀ ਟੈਲੀਗ੍ਰਾਫ। ਉਹਦੇ ਵਿੱਚ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਇਹਨਾਂ ਤਿੰਨਾਂ ਸਟੋਰੀਆਂ ਦਾ ਜ਼ਿਕਰ ਹੀ ਆਉਂਦਾ ਹੈਗਾ ਔਰ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ ਕਿ ਉਹ ਜਿਹੜੀ ਥੱਪੜ ਮਾਰਨ ਦੀ ਘਟਨਾ ਹੈਗੀ ਆ ਉਹਦੀ ਬਹੁਤ ਵੱਡੀ ਕਰਕੇ ਫੋਟੋ ਲਾਈ ਗਈ ਹੈਗੀ ਆ। ਤੇ ਇਹਦੇ ਨਾਲ ਹੀ ਜਿਹੜਾ ਪਾਰਟੀ ਗੇਟ ਦਾ ਮਸਲਾ ਹੈਗਾ ਕਿ ਜਿਹੜਾ ਆਪਣੇ ਮੰਤਰੀਆਂ ਨੂੰ ਪੁਲਿਸ ਵੱਲੋਂ ਜਿਹੜੇ ਜੁਰਮਾਨੇ ਕੀਤੇ ਜਾਣੇ ਹਨ ਉਹਦਾ ਵੀ ਜ਼ਿਕਰ ਕੀਤਾ ਗਿਆ ਹੈਗਾ। ਸੋ
ਮੁੱਖ ਤੌਰ ਤੇ ਜਿੰਨੀਆਂ ਵੀ ਅਖਬਾਰਾਂ ਹੈਗੀਆਂ ਯੂਕੇ ਦੀਆਂ ਉਹਨਾਂ ਸਾਰੀਆਂ ਦੀ ਜਿਹੜੀ ਮੁੱਖ ਪੰਨੇ ਤੇ ਜਿਹੜੀਆਂ ਤਸਵੀਰਾਂ ਹੈਗੀਆਂ ਜਾਂ ਜਿਹੜੀਆਂ ਸੁਰਖੀਆਂ ਬਣੀਆਂ ਉਹ ਇਹੀ 3 ਕਹਾਣੀਆਂ ਹੈਗੀਆਂ। ਉਹ ਹੈਗੀਆਂ ਕਿ ਪਾਰਟੀਗੇਟ ਦੀ ਤੇ ਇਹ ਥੱਪੜ ਮਾਰਨ ਦੀ ਘਟਨਾ ਤੇ ਜਿਹੜਾ ਉਹ ਪੀਸ ਟਾਕ ਜਿਹੜੀ ਹੋ ਰਹੀਆਂ ਗੱਲਬਾਤ ਚੱਲ ਰਹੀ ਹੈਗੀ ਆ ਸ਼ਾਂਤੀ ਦੀ ਰੂਸ ਤੇ ਯੂਕਰੇਨ ਦੇ ਵਿੱਚ ਉਹਦੇ ਤੇ ਜਿਹੜੀ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਜਿਹੜੀ ਕਿ ਮੈਨੂੰ ਲੱਗਦਾ ਕਿ ਉਹ ਹੁਣ ਝੂਠੀ ਖਬਰ ਦੱਸੀ ਜਾ ਰਹੀ ਹੈਗੀ ਆ ਕਿ ਇਹਨਾਂ ਦਾ ਜ਼ਿਕਰ ਕੀਤਾ ਗਿਆ ਹੈਗਾ। ਹਾਂਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਬਲਦੇਵ ਜੀ। ਤੁਸੀਂ ਆਪਣੇ ਵੱਲੋਂ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਕਹਿ ਸਕਦੇ ਅੱਧੇ ਕੁ ਮਿੰਟ ਵਿੱਚ ਜੀ। ਜੀ ਬਸ ਮੈਂ ਇਹੀ ਕਹਿਣਾ ਚਾਹੂੰਗਾ ਕਿ ਭਈ ਦੇਖੋ ਜਿਹੜੀਆਂ ਅਖਬਾਰਾਂ ਹੁੰਦੀਆਂ ਇਹਨਾਂ ਦੀ ਕਿੰਨੀ ਤਾਕਤ ਹੁੰਦੀ ਆ ਕਿ ਕਈ ਵਾਰ ਇਹ ਝੂਠੀ ਖਬਰ ਨੂੰ ਵੀ ਸੱਚ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਜਿੱਦਾਂ ਕਿ ਆਹ ਜ਼ਹਿਰ ਦੇਣ ਦੀ ਕੋਸ਼ਿਸ਼ ਦੀ ਜਿਹੜੀ ਕਹਾਣੀ ਹੈ ਇਹਨੂੰ ਮੱਲੋ ਮੱਲੀ ਉਭਾਰਿਆ ਗਿਆ। ਹਾਲਾਂਕਿ ਯੂਕਰੇਨ ਦੀ ਸਰਕਾਰ ਨੇ ਇਹ ਡਿਨਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਈ ਐਸੀ ਕੋਈ ਗੱਲ ਉੱਥੇ ਨਹੀਂ ਹੋਈ, ਲੇਕਿਨ ਇਸ ਤਰ੍ਹਾਂ ਪੇਸ਼ ਕਰ ਰਹੇ ਆ ਇਹ ਅਖਬਾਰ ਕਿ ਬਈ ਇਹ ਜ਼ਹਿਰ ਦੇਣ ਦੀ ਕੋਸ਼ਿਸ਼ ਰੂਸ ਵੱਲੋਂ ਪੂਰੀ ਦੀ ਪੂਰੀ ਕੀਤੀ ਗਈ ਸੀ। ਜੀ ਬਹੁਤ ਬਹੁਤ ਧੰਨਵਾਦ ਬਲਦੇਵ ਜੀ। ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਫੇਰ ਮਿਲਾਂਗੇ ਆਪਾਂ। ਹੁਣ ਆਪ ਤੋਂ ਆਗਿਆ ਲੈਂਦੇ ਹਾਂ, ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਬਲਦੇਵ ਜੀ ਨੇ ਜ਼ਿਕਰ ਕੀਤਾ ਕਿ ਜੋ ਰੋਮਨ ਅਬਰਾਮੋਵਿਚ ਦੀ ਗੱਲ ਕੀਤੀ ਹੈ, ਪਰ ਇਹ ਵੀ ਗੱਲ ਸਾਨੂੰ ਸਮਝ ਵਿੱਚ ਆਈ ਹੈ ਕਿ ਜਿਹੜੀ ਹੁਣੇ ਗੱਲਬਾਤ ਹੋ ਰਹੀ ਹੈ ਟਰਕੀ ਦੇ ਵਿੱਚ ਉਹਦੇ ਵਿੱਚ ਵੀ ਰੋਮਨ ਅਬਰਾਮੋਵਿਚ ਦਾ ਕਾਫੀ ਹੱਥ ਹੈ। ਪਰ ਦੂਜੀ ਗੱਲ ਜਿਹੜੀ ਹੈ ਯੂਕਰੇਨ ਦੀ ਗੱਲ ਕੀਤੀ ਹੈ ਬਲਦੇਵ ਜੀ ਨੇ, ਉਹਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਿਆ ਕਿ ਜੋ ਇਹ ਮੀਟਿੰਗ ਹੋ ਰਹੀ ਹੈ ਜਿਹੜੇ ਯੂਕਰੇਨੀਅਨ ਆਫੀਸ਼ੀਅਲ ਸਨ ਉਹਨਾਂ ਦੇ ਉੱਤੇ ਵੀ ਇਹ ਜਿਹੜਾ ਦਵਾਈ ਦਾ ਅਸਰ ਹੋਇਆ। ਕੋਈ ਸਾਬੋਟੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਇਹ ਅਮਨ ਸ਼ਾਂਤੀ ਦੀ ਗੱਲਬਾਤ ਆ ਇਹ ਸਿਰੇ ਨਾ ਚੜ ਸਕੇ, ਇਹੋ ਜਿਹੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਜਦੋਂ ਥੋੜਾ ਸਮਾਂ ਹੋਵੇਗਾ ਤੇ ਜਿਹੜੀਆਂ ਸਾਰੀਆਂ ਖਬਰਾਂ ਨਿਖਰ ਕੇ ਸਾਹਮਣੇ ਆਉਣਗੀਆਂ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਪਤਾ ਲੱਗਿਆ ਸੀ ਕਿ ਜੋ ਬਰਤਾਨਵੀ ਚਾਂਸਲਰ ਹਨ, ਸਾਡੇ ਖਜ਼ਾਨਾ ਮੰਤਰੀ ਹਨ ਰਿਸ਼ੀ ਸੁਨਕ, ਉਹਨਾਂ ਨੇ ਵੀ 5 ਪੈਨੀਆਂ ਜੋ ਡਿਊਟੀ ਬਣਦੀ ਹੈ, ਟੈਕਸ ਬਣਦਾ ਹੈ ਪੈਟਰੋਲ ਦੇ ਉੱਤੇ, ਉਹ ਘਟਾਇਆ ਸੀ। ਪਰ ਉਹਦੇ ਵੀ ਕਾਫੀ ਹੰਗਾਮਾ ਹੋਇਆ ਕਿ ਇਹ ਇਨਫ ਨਹੀਂ ਹੈ ਕਿ ਜਿਹੜੀਆਂ ਕੀਮਤਾਂ ਨੇ ਇਸ ਸਾਲ ਤੁਹਾਨੂੰ ਪਤਾ ਹੈ ਕਿ 2 ਤੋਂ 3 ਹਜ਼ਾਰ ਤੱਕ ਪ੍ਰਤੀ ਘਰ ਨੂੰ ਇਹ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ। ਤੇ ਆਓ ਅਸੀਂ ਹੁਣ ਜੁੜਦੇ ਹਾਂ ਅਗਲੇ ਮਹਿਮਾਨ ਦੇ ਨਾਲ, ਦੇਖਦੇ ਹਾਂ ਉਹਦੇ ਨਾਲ ਆਪਾਂ ਕੁਝ ਗੱਲਬਾਤ ਕਰਨ ਦੀ, ਇਤਿਹਾਸਿਕ ਗੱਲਬਾਤ ਕਰਨ ਦੀ ਆਪਾਂ ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਜੁੜਨਗੇ ਕੇਵਲ ਜਗਪਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਵਲ ਜੀ, ਅੱਜ ਅਸੀਂ ਬਹੁਤ ਸਾਰੇ ਮਸਲੇ ਆ, ਬਹੁਤ ਸਾਰੇ ਵਿਸ਼ੇ ਆ ਜਿਹੜੇ ਕਿ ਅਸੀਂ ਡਿਸਕਸ ਕਰ ਰਹੇ ਹਾਂ, ਵਿਚਾਰ ਵਟਾਂਦਰਾ ਕਰ ਰਹੇ ਹਾਂ। ਅਸੀਂ ਗੱਲ ਕਰਦੇ ਹਾਂ ਇਤਿਹਾਸਿਕ ਜਾਣਕਾਰੀ ਦੀ, ਗੱਲ ਕਰਦੇ ਹਾਂ ਕਿ ਇੱਕ ਜੋ ਸਿੱਖ ਰਾਜ ਦਾ ਖੁੱਸ ਜਾਣਾ ਇਹਨਾਂ ਦਿਨਾਂ ਦੇ ਵਿੱਚ, ਉਹ ਵੀ ਖਬਰ ਜਿਹੜੀ ਸਾਨੂੰ ਮਿਲੀ ਹੈ ਕਿ ਜੇ ਕੱਲ ਦਾ ਦਿਨ ਸੀ 29 ਮਾਰਚ, ਉਹਦੇ ਵਿੱਚ ਦੇਖਦੇ ਹਾਂ ਕਿ ਇਹ ਬਹੁਤ ਇੱਕ ਦੁਖਦਾਈ ਕੀ ਕਹਿਣਾ ਚਾਹੁੰਦੇ ਆ ਕਿ 29 ਮਾਰਚ ਨੂੰ 1849 ਨੂੰ ਕੀ ਹੋਇਆ, ਇਹਨੂੰ ਕਿਉਂ ਬਲੈਕ ਡੇ, ਕਾਲਾ ਦਿਨ ਨੂੰ ਕਿਉਂ ਮਨਾਇਆ ਜਾ ਰਿਹਾ ਹੈ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਕੇਵਲ ਜਗਪਾਲ ਜੀ? ਜੀ ਇਹ ਜੀ 1849 ਵਿੱਚ ਆਪਣਾ ਸਿੱਖ ਰਾਜ ਖੁੱਸ ਗਿਆ ਸੀ, ਤਾਂ ਇਹਦੇ ਵਿੱਚ ਜਿਹੜੇ ਵੀ ਜਿਨ੍ਹਾਂ ਨੇ ਵੀ ਹਿੱਸਾ ਲਿਆ, ਸਾਰੇ ਹਿੰਦੁਸਤਾਨ ਨੇ ਹਿੱਸਾ ਲਿਆ, ਜਿਹਦੇ ਵਿੱਚ ਆਪਣੇ 3-4 ਪੰਜਾਬ ਖਾਲਸਾ ਸਟੇਟ ਸਨ ਆਪਣੀਆਂ, ਜੀਂਦ, ਨਾਭਾ, ਪਟਿਆਲਾ, ਇਹ ਵੀ ਨਾਲ ਰਲ ਗਏ। ਉਧਰੋਂ ਬਿਹਾਰ ਤਾਂ ਯੂਪੀ ਵਾਲੇ ਵੀ ਰਲ ਗਏ। ਹਾਂਜੀ, ਤਾਂ ਇਹਦੇ ਵਿੱਚ ਦੇਖੋ ਜੀ, ਜਿਹੜਾ ਇਸ ਦਿਨ ਨੂੰ ਨਾ ਇਹਦੇ ਵਿੱਚ ਸੱਚ ਕਸ਼ਮੀਰ ਖੁੱਸ ਗਿਆ। ਹਾਂਜੀ, 1909 ਵਿੱਚ ਇਹਨਾਂ ਨੇ ਵਿੱਚੋਂ ਨਾਰਥ ਵੈਸਟ ਫਰੰਟੀਅਰ ਵੀ ਕੱਢ ਛੱਡਿਆ। ਹਾਂਜੀ, ਤਾਂ ਜਿਹੜਾ ਪੰਜਾਬ 47 ਤੋਂ ਪਹਿਲਾਂ ਸੀ, ਉਹ 3.5 ਲੱਖ ਵਰਗ ਕਿਲੋਮੀਟਰ ਸੀ ਜੀ। ਉਹ ਸਾਨੂੰ ਮਿਲਿਆ 1900 ਆਪਣੇ 47 ਵਿੱਚ ਸਿਰਫ 1.5 ਲੱਖ ਵਰਗ ਫੁੱਟ। ਹੁਣ ਤਾਂ ਮੇਰੇ ਖਿਆਲ ਉਹਦੇ ਵੀ 3 ਹਿੱਸੇ ਹੋ ਗਏ ਨੇ। ਬਾਕੀ ਜਿਹੜੀ ਸਾਡੀ ਪੰਜਾਬੀ ਬੋਲੀ ਦਾ ਇਹਨਾਂ ਨੇ ਖਾਤਮਾ ਕੀਤਾ ਹੈ, ਤੁਹਾਨੂੰ ਪਤਾ ਹੋਣਾ, ਉਦੋਂ ਤਲਵਾਰ ਦਾ ਮੁੱਲ ਵੀ ਸੀ ਤਾਂ ਕੈਦੇ ਦਾ ਮੁੱਲ ਵੀ ਪੈਂਦਾ ਸੀ, ਤਾਂ ਕੈਦੇ ਲੂਹਦੇ ਸਨ, ਤਾਂ ਜਿਹੜੇ ਹਥਿਆਰ ਆ ਉਹਨਾਂ ਦਾ ਮੁੱਲ ਵੀ ਪੈਂਦਾ ਸੀ, ਕੁਛ ਕਾਨੇ। ਹਾਂਜੀ, ਤਾਂ ਜਿਨ੍ਹਾਂ ਨੇ ਆਪਣੀ ਪੰਜਾਬੀ ਬੋਲੀ ਦਾ ਖਾਤਮਾ ਕੀਤਾ ਤਾਂ ਉਹਨਾਂ ਨੇ ਬਾਅਦ ਵਿੱਚ ਬੰਗਾਲ ਵਗੈਰਾ ਤੋਂ ਲਿਆ ਕੇ ਜਿਹੜੇ ਅੰਗਰੇਜ਼ੀ ਪੜ੍ਹਾਉਣ ਤਾਂ ਪੜ੍ਹਨ ਵਾਲੇ ਸਨ, ਲਿਆ ਕੇ ਤਾਂ ਅੰਗਰੇਜ਼ੀ ਲਾਜ਼ਮੀ ਕਰ ਛੱਡੀ, ਤਾਂ ਯੂਨੀਵਰਸਿਟੀਆਂ ਖੋਲ੍ਹ ਛੱਡੀਆਂ। ਹਾਂਜੀ, ਤਾਂ ਇਹ ਜਿਹੜਾ ਸਾਡਾ ਇਹ ਬਹੁਤ ਹੀ
ਦੁਖਦਾਇਕ ਜਿਹੜਾ ਜੀ ਇਹ ਦਿਨ ਹੈ ਜੀ, ਜਿਹਦੇ ਵਿੱਚ ਸਾਡੀ ਸਭਿਅਤਾ ਤੇ ਹਮਲਾ ਕੀਤਾ, ਸਾਡੀ ਮਾਂ ਬੋਲੀ ਤੇ ਹਮਲਾ ਕੀਤਾ ਉਹਨੇ। ਹਾਂਜੀ, ਤਾਂ ਇਹਦੇ ਵਿੱਚ ਕਾਹਲੀ ਇਹ ਸੀ ਸਿੰਦਰਪਾਲ ਜੀ ਕਿ ਇੱਧਰੋਂ ਕਮਿਊਨਿਜ਼ਮ ਫੈਲ ਰਿਹਾ ਸੀ, ਤਾਂ ਇਹਨਾਂ ਨੇ ਦਿੱਲੀ ਤੋਂ ਜਿਹੜੀ ਵੀ ਈਸਟ ਇੰਡੀਆ ਕੰਪਨੀ ਸੀ ਉਹਨਾਂ ਨੂੰ ਹਦਾਇਤਾਂ ਮਿਲੀਆਂ ਸੀ ਜਲਦੀ ਪੰਜਾਬ ਤੇ ਕਬਜ਼ਾ ਕਰੋ, ਤਾਂ ਕਿ ਤੁਸੀਂ ਉੱਥੇ ਬਫਰ ਜ਼ੋਨ ਬਣਾ ਸਕੋ, ਕਿਉਂਕਿ ਕਮਿਊਨਿਜ਼ਮ ਫੈਲ ਰਿਹਾ ਸੀ। ਤਾਂ ਇਸ ਡਰ ਦੇ ਮਾਰਿਆਂ ਨੇ ਹਮਲਾ ਕੀਤਾ ਜੀ ਸਾਡੇ ਤੇ। ਤੁਸੀਂ ਕੇਵਲ ਜੀ ਇਸੇ ਸੰਦਰਭ ਦੇ ਵਿੱਚ ਪੰਜਾਬੀ ਭਾਸ਼ਾ ਦੀ ਖਾਤਮੇ ਦੀ ਗੱਲ ਸੀ, ਤੇ ਹੁਣ ਜੋ ਪੰਜਾਬ ਦੇ ਵਿੱਚ ਘਟਨਾ ਵਾਪਰ ਰਹੀਆਂ ਨੇ, ਤੁਸੀਂ ਉਹਨਾਂ ਨੂੰ ਕਿਸ ਅੱਖ ਨਾਲ ਦੇਖਦੇ ਆ, ਤੇ ਆਪਣੇ ਵੱਲੋਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਮੇਰੇ ਖਿਆਲ ਪੰਜਾਬ ਦੇ ਅਸੀਂ ਦੋਨੇ ਪਾਸੇ ਕੰਡਿਆਂ ਵਾਲੀ ਤਾਰ ਦਾ ਸੁਨੇਹਾ ਦਿੰਦੇ ਹਾਂ ਕਿ ਜਿਹੜੀ ਪੰਜਾਬੀ ਹੈ ਉਹਨੂੰ ਤੁਸੀਂ ਭੁੱਲ ਜਾਓਗੇ ਤਾਂ ਤੁਸੀਂ ਆਪਣੀ ਜਿਹੜੀ ਸਭਿਅਤਾ, ਆਪਣਾ ਵਿਰਸਾ ਭੁੱਲ ਜਾਓਗੇ। ਇਸ ਕਰਕੇ ਮੈਂ ਤਾਂ ਇਹੋ ਕਹਿੰਦਾ ਜੀ, ਜਿਹੜੀ ਪੰਜਾਬੀ ਮਾਂ ਬੋਲੀ ਨੂੰ ਇਹ ਤੁਹਾਨੂੰ ਪਤਾ ਜੀ, ਇਹ ਕਿਤੇ ਹੋਰ ਨਹੀਂ ਸ਼ੁਰੂ ਹੋਣੀ, ਘਰਾਂ 'ਚ ਸ਼ੁਰੂ ਹੋਣੀ ਹੈ। ਜੇ ਅਸੀਂ ਘਰਾਂ ਦੇ ਵਿੱਚ ਅਸੀਂ ਪੰਜਾਬੀ ਬੋਲਾਂਗੇ, ਅਸੀਂ ਜਿਹੜੀ ਪੰਜਾਬੀ ਬੱਚਿਆਂ ਨੂੰ ਪੜ੍ਹਾਵਾਂਗੇ, ਜਾਂ ਜਿਸ ਤਰ੍ਹਾਂ ਕਿ ਆਪਣੇ ਅੰਗਰੇਜ਼ੀ ਸਕੂਲ ਖੋਲ੍ਹ ਰਹੇ ਦੋਨੇ ਪਾਸੇ ਪੰਜਾਬ ਦੇ, ਉਹਨਾਂ ਵਿੱਚ ਵੀ ਜੇ ਪੰਜਾਬੀ ਜ਼ੁਬਾਨ ਨੂੰ ਪੜ੍ਹਾਇਆ ਜਾਵੇ ਤਾਂ ਅੱਛੀ ਗੱਲ ਹੈ। ਹੁਣ ਤੱਕ ਜਿਹੜੀ ਨਵੀਂ ਸਰਕਾਰ ਬਣ ਗਈ, ਸ਼ਾਇਦ ਸਾਨੂੰ ਕੁਛ ਉਮੀਦ ਹੈ ਕਿ ਇਹ ਜਿਹੜੇ ਵੀ ਇਹਨਾਂ ਨੇ ਆਪਣੇ ਕਾਨੂੰਨ ਬਣਾਏ ਸਨ, ਜਾਂ ਉਹਨਾਂ ਨੇ ਅਮੈਂਡਮੈਂਟ ਕੀਤੀ ਸੀ ਇਹਦੇ ਪਿਛਲੀ ਸਰਕਾਰ ਵੇਲੇ, ਉਹਨਾਂ ਨੂੰ ਜਿਹਨੂੰ ਕਹਿੰਦੇ ਆ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ ਜੀ, ਦਫ਼ਤਰਾਂ ਵਿੱਚ ਵੀ, ਸਕੂਲਾਂ ਵਿੱਚ ਵੀ, ਕਾਲਜਾਂ ਵਿੱਚ ਵੀ। ਕੇਵਲ ਜੀ ਅਖੀਰ ਦੇ ਉੱਤੇ ਮੈਂ ਤੁਹਾਨੂੰ ਇਹ ਪੁੱਛਾਂਗਾ ਕਿ ਅਗਰ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੇ ਵਿੱਚ ਪੰਜਾਬੀ ਦਾ ਕਾਫੀ ਦਰਦ ਹੈ, ਅਗਰ ਉਹ ਆਪਣਾ ਵਫਦ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ ਕੁਝ ਸੁਨੇਹਾ ਦੇਣਾ ਚਾਹੁੰਦੇ ਹੋਣ, ਤਾਂ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਕਿੱਦਾਂ ਹੋ ਸਕਦਾ ਹੈ? ਮੇਰੇ ਖਿਆਲ ਸਾਡੇ ਪਾਸ, ਅਸੀਂ ਤਾਂ ਕਹਿ ਹੀ ਸਕਦੇ ਸਾਡੇ ਕੋਲ ਤਾਕਤ ਨਹੀਂ ਹੈ, ਨਾ ਸਾਡੇ ਕੋਲ ਵੋਟਾਂ ਦੀ ਤਾਕਤ ਹੈ। ਹਾਂਜੀ, ਤਾਂ ਅਸੀਂ ਤਾਂ ਸੁਨੇਹਾ ਹੀ ਦੇ ਸਕਦੇ ਹਾਂ ਵੀ ਅਸੀਂ ਐਡੇ ਦੂਰ ਬੈਠੇ ਵੀ ਆਪਣੀ ਮਾਂ ਬੋਲੀ ਨਾਲ ਇੰਨਾ ਮੋਹ ਹੈ ਸਾਨੂੰ, ਵੀ ਤੁਸੀਂ ਵੀ ਇਹੋ ਜਿਹੇ ਤਰੀਕੇ ਵਰਤੋ ਜਿਹਦੇ ਨਾਲ ਕਿ ਤੁਹਾਡੇ ਬੱਚਿਆਂ 'ਚ ਪ੍ਰਚਾਰ ਵਧੇ, ਤਾਂ ਕਿ ਆਪਣੇ ਜਿਹੜੇ ਬੱਚੇ ਆ ਮੁੜ ਪੰਜਾਬੀ ਨਾਲ ਜੁੜਨ। ਹਾਂਜੀ, ਤਾਂ ਇਹੀ ਸੁਨੇਹਾ ਦੇ ਸਕਦੇ ਹਾਂ। ਬਾਕੀ ਠੀਕ ਹੈ, ਸਰਕਾਰਾਂ ਦੇ ਕੰਮ ਸਰਕਾਰਾਂ ਨੇ ਕਰਨੇ ਨੇ, ਪਰ ਕੁਛ ਇੱਕ ਜਥੇਬੰਦੀਆਂ ਰਲ ਕੇ, ਜਿਸ ਤਰ੍ਹਾਂ ਆਪਣੀ ਜਥੇਬੰਦੀ ਵੀ ਹੈ, ਰਲ ਕੇ ਕਾਫੀ ਪ੍ਰੈਸ਼ਰ ਪਾ ਰਹੇ ਨੇ, ਕਾਫੀ ਕੁਛ ਜਿਹਨੂੰ ਕਹਿੰਦੇ ਆ ਵਸੀਲੇ ਬਣਾ ਰਹੇ, ਤਾਂ ਕਿ ਅਸੀਂ ਜਿਸ ਤਰ੍ਹਾਂ ਕਿ ਆਪਾਂ ਖੋਲੀ ਸੀ ਆਪਣੀ ਪੰਜਾਬੀ ਦੀ ਟਰਾਲੀ ਦਾ ਕੰਮ ਵੀ ਸੀਗਾ, ਜਿਸ ਤਰ੍ਹਾਂ ਕਿ ਆਪਾਂ ਤੁਸੀਂ ਜਾਣਦੇ ਹੀ ਹੋ, ਪੰਜਾਬ ਵਿੱਚ ਸ਼ੁਰੂ ਹੋ ਰਿਹਾ। ਬਹੁਤ ਸੋਹਣੀ ਗੱਲ ਹੈ ਜੀ। ਇਹਨਾਂ ਸ਼ਬਦਾਂ ਨਾਲ ਕੇਵਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਕੇਵਲ ਸਿੰਘ ਜਗਪਾਲ ਜੀ ਪੰਜਾਬੀ ਵਾਸਤੇ, ਔਰ ਇਹਨਾਂ ਦੇ ਸਾਥੀ ਸੁਰਿੰਦਰ ਕੌਰ ਜਗਪਾਲ ਜੀ ਬੜੀ ਯਤਨ ਕਰਦੇ ਆ, ਤੇ ਪੰਜਾਬੀ ਦੇ ਪ੍ਰਚਾਰ ਵਾਸਤੇ ਕੋਸ਼ਿਸ਼ ਹੋ ਰਹੀ ਹੈ ਕਿ ਇਸ ਸਾਲ ਦੇ ਅਖੀਰ ਦੇ ਵਿੱਚ ਪੰਜਾਬ ਵੱਲ ਨੂੰ ਕੂਚ ਕੀਤਾ ਜਾਵੇ, ਪੰਜਾਬੀ ਗਦਰ ਪਾਰਟੀ ਬਣਾ ਕੇ। ਅਸੀਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਔਰ ਯੂਰਪ ਦੇ ਪੰਜਾਬੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਮੁਹਿੰਮ ਦੇ ਵਿੱਚ ਜ਼ਰੂਰ ਹਿੱਸਾ ਪਾਓ, ਤੇ ਆਓ ਪੰਜਾਬ ਦੇ ਲੋਕਾਂ ਨੂੰ ਥੋੜਾ ਜਗਾਈਏ ਜਾ ਕੇ, ਤੇ ਨਾਲ ਦੀ ਨਾਲ ਸਰਕਾਰ ਦੇ ਕੰਨ ਵਿੱਚ ਜੋ ਸਿੱਕੇ ਢਲ ਕੇ ਪਏ ਨੇ ਉਹਨਾਂ ਨੂੰ ਵੀ ਦੱਸੀਏ ਜਾ ਕੇ। ਖਾਸ ਤੌਰ ਤੇ ਜੋ ਸਿੱਖਿਆ ਦਾ ਤੰਤਰ ਹੈ ਉਹਦੇ ਵਿੱਚ ਵੀ ਬਹੁਤ ਸਾਰੀ ਜਿਹੜੀ ਤਬਦੀਲੀ ਕਰਨ ਦੀ ਲੋੜ ਹੈ, ਤੇ ਲੋਕਾਂ ਨੂੰ ਜਗਾਉਣ ਦੀ ਲੋੜ ਹੈ। ਜਿਵੇਂ ਕਿ ਸਾਡੇ ਗਦਰੀ ਬਾਬਿਆਂ ਨੇ ਕੈਨੇਡਾ, ਅਮਰੀਕਾ ਤੋਂ ਜਾ ਕੇ ਪੰਜਾਬ ਦੇ ਲੋਕਾਂ ਨੂੰ ਜਗਾਇਆ ਸੀ ਆਜ਼ਾਦੀ ਲੈਣ ਵਾਸਤੇ, ਤੇ ਮੇਰੇ ਖਿਆਲ ਪੰਜਾਬੀ ਦੇ ਬਚਾਅ ਵਾਸਤੇ ਵੀ, ਜਾਂ ਚੰਡੀਗੜ੍ਹ ਦੇ ਬਚਾਅ ਵਾਸਤੇ ਵੀ ਸਾਨੂੰ ਇਹੋ ਜਿਹੇ ਜਿਹੜੇ ਯਤਨ ਆਰੰਭ ਕਰ ਦੇਣੇ ਚਾਹੀਦੇ ਆ। ਜਿਹਦਾ ਕੋਈ ਸਮਾਂ ਹੋਵੇ ਉਹ ਜ਼ਰੂਰ ਇਹਦੇ ਵਿੱਚ ਯੋਗਦਾਨ ਪਾਓ। ਆਓ ਤੁਹਾਨੂੰ ਇੱਕ ਹੋਰ ਬੜੀ ਹਿੰਮਤ ਦੇ ਦਾਤ ਦੀ ਗੱਲ ਅਸੀਂ ਕਰਦੇ ਹਾਂ ਕਿ ਹੁਣੇ ਜੋ ਅਸੀਂ ਪੋਲੈਂਡ ਦੇ ਵਿੱਚ ਜਾ ਕੇ ਦੇਖਿਆ ਕਿ ਲੋਕਾਂ ਦਾ ਜੋ ਦੇਸ਼ਨ ਕਾਲਾ ਹੈ, ਜੋ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ, ਸਾਰੇ ਲੋਕ ਯੂਕਰੇਨ ਤੋਂ ਵੱਖਰੇ ਦੇਸ਼ਾਂ ਦੇ ਵੱਲ ਸ਼ਿਰਕਤ ਕਰ ਰਹੇ ਆ। 10 ਨੂੰ ਜਾਣ ਦਾ, ਪੋਲੈਂਡ ਦੇ ਬਾਰਡਰ ਤੇ ਜਾਣ ਦਾ ਮੌਕਾ ਮਿਲਿਆ, ਬਹੁਤ ਸਾਰੇ ਲੋਕ ਉੱਥੋਂ ਆਏ ਨੇ। ਤੇ ਹੁਣੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਜੋ ਕਿ ਯੂਕਰੇਨ ਦਾ ਇੱਕ ਸ਼ਹਿਰ ਹੈ ਓਡੇਸਾ, ਉਹਦੇ ਵਿੱਚ ਸਾਨੂੰ ਪਤਾ ਲੱਗਾ ਸੀ ਕਿ ਇੱਕੋ ਇੱਕ ਉੱਥੇ ਇਸ ਓਡੇਸਾ ਦੇ ਵਿੱਚ ਗੁਰਦੁਆਰਾ ਸੀ। ਇਸ ਗੁਰਦੁਆਰੇ ਵਿੱਚ ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ, ਸੈਂਚੀਆਂ ਗੁਟਕੇ ਪਏ ਸਨ, ਉਹਦੇ ਵਿੱਚ ਜਿਹੜੇ ਸਿੰਘ ਅਸੀਂ ਦੇਖ ਰਹੇ ਹਾਂ, ਇਹਨਾਂ ਦਾ ਨਾਮ ਹੈ ਜੀ, ਅਮਰੀਕਨ ਸਿੱਖ ਨੇ ਸਿਮਰਨ ਸਿੰਘ ਜੀ। ਇਹਨਾਂ ਨੇ, ਸਿਮਰਨ ਸਿੰਘ ਜੀ ਨੇ ਬੜੀ ਹਿੰਮਤ ਕੀਤੀ ਆ ਇਹਨਾਂ ਪੋਥੀਆਂ ਨੂੰ ਓਡੇਸਾ ਵਿੱਚੋਂ ਲਿਆਉਣ ਦੀ। ਇਹ ਜਿਹੜਾ ਓਡੇਸਾ ਦੀ ਅਸੀਂ ਗੱਲ ਕਰਦੇ ਹਾਂ, ਸਕਰੀਨ ਤੇ ਤੁਹਾਨੂੰ ਦਿਖਾਉਂਦੇ ਆ, ਮਾਲਦੋਵਾ ਮੁਲਕ ਹੈ,
ਤੇ ਚਿਸਿਨਾਓ ਉਹਨਾਂ ਦੀ ਰਾਜਧਾਨੀ ਹੈ। ਉੱਥੋਂ ਤਕਰੀਬਨ ਇਹ ਜਿਹੜੀ ਬਾਟ ਹੈ 3 ਘੰਟੇ ਦੀ ਹੈ। ਜੇ ਅਸੀਂ ਦੇਖਦੇ ਹਾਂ ਵਾਰਸਾ ਤੋਂ ਉੜੀਸਾ ਦੀ ਜਿਹੜਾ ਸਫ਼ਰ ਹੈ ਉਹ ਤਕਰੀਬਨ 15-16 ਘੰਟੇ ਦਾ ਸਫ਼ਰ ਹੈ। ਉਹ ਵੀ ਜਿਹੜਾ ਵਾਰਸਾ ਤੋਂ ਵਾਇਆ ਸਾਨੂੰ ਕੀਵ ਜਾਂ ਖਾਰਕੀਵ ਆਉਣਾ ਪੈਂਦਾ ਹੈ। ਆ ਜਿਹੜਾ ਰੂਟ ਦੇਖਦੇ ਆ ਇਹ ਘੱਟੋ ਘੱਟ 15-16 ਘੰਟੇ ਦਾ ਜਿਹੜਾ ਇਹ ਸਫ਼ਰ ਹੈ। ਤੇ ਦੂਜੇ ਪਾਸੇ ਉਹਦੀ ਇੱਕ ਛੋਟੀ ਰੋਡ ਹੋਰ ਹੈ ਜਿਹੜਾ ਕਿ ਸਾਨੂੰ ਲੱਗਦਾ ਸਿੱਧਾ ਹੈ, ਪਰ ਉਹ 36 ਮਿੰਟ ਉਹਦੇ ਉੱਤੇ ਜ਼ਿਆਦਾ ਲੱਗਦੇ ਆ। ਸੋ ਆ ਜਿਹੜੀ ਬੜੀ ਹਿੰਮਤ ਕੀਤੀ ਹੈ। ਜਦੋਂ ਅਸੀਂ ਵਾਪਸ ਆਏ ਸਾਨੂੰ ਪਤਾ ਲੱਗਾ ਕਿ ਇੱਥੇ ਗੁਰਦੁਆਰਾ ਸਾਹਿਬ ਸੀ ਤੇ ਜਿਹੜੇ ਉੱਥੋਂ ਦੇ ਗੁਰਦੁਆਰੇ ਦੇ ਗਿਆਨੀ ਜੀ ਸਨ ਉਹ ਜਿੰਦਾ ਲਾ ਕੇ ਆਪਣੀ ਜਾਨ ਬਚਾਉਣ ਕਰਕੇ ਉਹ ਪੰਜਾਬ ਚਲੇ ਗਏ ਜਾਂ ਭਾਰਤ ਚਲੇ ਗਏ। ਤੇ ਉੱਥੇ ਸਾਡੇ ਨਾਲ ਗੱਲਬਾਤ ਹੋਈ ਸੀ। ਇੱਕ ਜੋ ਹਿਮਾਚਲ ਪ੍ਰਦੇਸ਼ ਦਾ ਇੱਕ ਨੌਜਵਾਨ ਸੀ ਉੱਥੇ ਸੇਵਾ ਕਰਦਾ ਸੀ, ਉਹਨਾਂ ਨੇ ਸਾਡੇ ਨਾਲ ਹਿੰਦੀ 'ਚ ਗੱਲ ਕੀਤੀ। ਕਹਿੰਦੇ ਅਸੀਂ ਉਸ ਗੁਰਦੁਆਰਾ ਸਾਹਿਬ ਨੂੰ ਜੰਦਰਾ ਲਾ ਕੇ ਇਹਨਾਂ ਪੋਥੀਆਂ ਨੂੰ ਬਹੁਤ ਹੀ ਸੁਰੱਖਿਅਤ ਮਹਿਫੂਜ਼ ਥਾਂ ਦੇ ਉੱਤੇ ਟਿਕਾ ਕੇ ਤੇ ਚਾਬੀ ਉਹਨਾਂ ਨੇ 12 ਮੀਲ ਦੂਰ ਇੱਕ ਪਿੰਡ ਵਿੱਚ ਰੱਖੀ ਹੋਈ ਸੀ। ਔਰ ਜਿਹਦੇ ਵਿੱਚ ਸਾਡੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਿਹੜੇ ਕਿ ਸੇਵਾਦਾਰ ਸੇਵਾ ਕਰਦੇ ਨੇ ਗੁਰਦੁਆਰਾ ਸਿੰਘ ਸਭਾ ਪੋਲੈਂਡ ਵਾਰਸਾ ਦੇ ਵਿੱਚ, ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਹੋਈ। ਪਰ ਉਹਨਾਂ ਨੂੰ ਹੁਣ ਇਸ ਵੇਲੇ ਅਮਰੀਕ ਸਿੰਘ ਜੀ ਨੂੰ ਜਾਣਾ ਪੈ ਗਿਆ ਪੰਜਾਬ, ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲ ਕਰੀਏ। ਪਰ ਅਸੀਂ ਦਾਤ ਦਿੰਦੇ ਹਾਂ ਸਿਮਰਨ ਸਿੰਘ ਜੀ ਤੇ ਸਾਰੇ ਜਿਹੜੇ ਅਮਰੀਕਨ ਉਹਨਾਂ ਸਿੰਘ ਵੀਰਾਂ ਭੈਣਾਂ ਦੀ ਜਿਨ੍ਹਾਂ ਨੇ ਇਹ ਜਿਹੜੀ ਵਿਉਂਤ ਬਣਾਈ ਤੇ ਉਹਨਾਂ ਨੇ ਬੜਾ ਹੀ ਜ਼ੋਖਮ ਦੇ ਵਿੱਚ ਜਾਨ ਨੂੰ ਪਾ ਕੇ, ਕਿਉਂਕਿ ਜਿਹੜੇ ਹਮਲੇ ਨੇ ਮੈਰੀਉਪੋਲ ਜਿਹੜਾ ਸ਼ਹਿਰ ਹੈ ਇਸ ਤੋਂ ਤਕਰੀਬਨ ਥੋੜੀ ਦੂਰ ਹੈ, ਜਿਸ ਨੂੰ ਕਿ ਰੂਸ ਦੀਆਂ ਫੌਜਾਂ ਨੇ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਹੈ। ਤੇ ਉੱਥੋਂ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਸੈਂਚੀਆਂ ਦੀ, ਪੋਥੀਆਂ ਦੀ, ਗੁਟਕਿਆਂ ਦੀ ਗੱਲ ਕਰਦੇ ਹਾਂ, ਇਹ ਸਿੰਘ ਕਹਿੰਦੇ ਕਈ ਮੀਲ ਆਪਣੇ ਸਿਰ ਦੇ ਉੱਤੇ ਰੱਖ ਕੇ ਤੁਰਿਆ ਤੇ ਫਿਰ ਉਹਨਾਂ ਨੇ ਬਾਰਡਰ ਦੇ ਦੂਜੇ ਪਾਸੇ ਜਾ ਕੇ ਡਰਬੀ ਤੋਂ ਸਿੰਘ ਗਏ ਸਨ ਤੇ ਉਹਨਾਂ ਦੇ ਸਪੁਰਦ ਕੀਤੀ ਹੈ ਬਾਣੀ। ਸੋ ਇਹ ਵੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਇਹਨਾਂ ਪੋਥੀਆਂ ਨੂੰ, ਉੱਥੇ ਸੈਂਚੀਆਂ ਨੂੰ ਬਹੁਤ ਹੀ ਸੁਰੱਖਿਅਤ ਥਾਂ ਦੇ ਉੱਤੇ ਰੱਖਿਆ ਜਾਵੇਗਾ। ਜਿਹੜੀਆਂ ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਉਹ ਵੀ ਦਰਸ਼ਨ ਕਰ ਸਕਦੀਆਂ ਨੇ। ਸੋ ਇਹ ਜਿਹੜੀ ਹਿੰਮਤ ਹੈ ਇਹ ਦੇਖੋ ਸੰਗਤ ਜੀ, ਇਹ ਸਾਰੀਆਂ ਰਲ ਮਿਲ ਕੇ ਅਗਰ ਅਸੀਂ ਸਾਰੀ ਜਿਹੜੀ ਸਿੱਖ ਕੌਮ ਇਕੱਠੀ ਹੋ ਕੇ ਇਹੋ ਜਿਹੇ ਯਤਨ ਕਰਦੇ ਹਾਂ ਤਾਂ ਜਿਹੜੀਆਂ ਸਾਡੀਆਂ ਕਾਮਯਾਬੀਆਂ ਸਾਨੂੰ ਹੋ ਸਕਦੀਆਂ ਨੇ। ਤੇ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਰਾ ਹਫਤਾ ਉੱਥੇ ਸਾਰੀ ਜਿਹੜੀ ਦ੍ਰਿਸ਼ ਸਨ ਉੱਥੋਂ ਦੇ ਦਿਖਾ ਰਹੇ ਹਾਂ ਕਿ ਕਿਵੇਂ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਨੇ। ਔਰ ਨਾਲ ਦੀ ਨਾਲ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਜੋ ਸਿੱਖ ਚੈਨਲ ਦੇ ਵੱਲੋਂ ਇੱਕ ਅਪੀਲ ਆਰੰਭੀ ਗਈ ਹੈ ਕਿ ਉਹਨਾਂ ਪਰਿਵਾਰਾਂ ਤੱਕ ਜਿਹੜੀ ਸੇਵਾ ਪਹੁੰਚਦੀ ਹੈ। ਜਦੋਂ ਅਸੀਂ ਸ਼ਰਨਾਰਥੀ ਕੈਂਪਾਂ ਵਿੱਚ ਜਾ ਕੇ ਦੇਖਿਆ ਕਿ ਉਹਨਾਂ ਦੇ ਬੱਚੇ ਰੁਲ ਰਹੇ ਆ, ਬਜ਼ੁਰਗ ਜਿਹੜੇ ਉਹਨਾਂ ਦਾ ਬੜਾ ਬੁਰਾ ਹਾਲ ਹੈ, ਲੇਡੀਜ਼ ਜਿਹੜੀਆਂ ਨੇ ਉਹਨਾਂ ਦਾ ਬੜਾ ਮੁਸ਼ਕਲ ਹੈ ਉਹਨਾਂ ਨੂੰ ਆ ਰਹੀ ਹੈ। ਭਾਵੇਂ ਪੋਲੈਂਡ ਦੀ ਸਰਕਾਰ, ਜਰਮਨ ਦੀ ਸਰਕਾਰ ਜਾਂ ਇਟਲੀ ਦੀ ਜਾਂ ਬੈਲਜੀਅਮ ਤੇ ਪੁਰਤਗਾਲ ਦੀ ਸਰਕਾਰ ਹੈਗੀ ਆ, ਉਹਨਾਂ ਸ਼ਰਨਾਰਥੀਆਂ ਨੂੰ ਆਪਣੇ ਵੱਲ ਲੈਣ ਦੀ ਉਹ ਪੂਰੀ ਯਤਨ ਕਰਦੇ ਆ। ਪਰ ਅਸੀਂ ਸਿੱਖ ਚੈਨਲ ਦੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜਿਹੜੀ ਅਮਦਾਦ ਉੱਥੇ ਲੈ ਕੇ ਜਾਈਏ ਤੇ ਤਾਂ ਕਿ ਇਹਨਾਂ ਲੋਕਾਂ ਦਾ ਜਿਹੜਾ ਘਰ ਵਸ ਸਕੇ, ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਟਿਕਾਣਾ ਮਿਲ ਸਕੇ। ਨਾਲ ਦੀ ਨਾਲ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਰਤਾਨਵੀ ਸਰਕਾਰ ਨੇ ਵੀ ਬਹੁਤ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੇ ਘਰਾਂ ਵਿੱਚ ਥਾਂ ਹੈ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਰੱਖਿਆ ਜਾਵੇ। ਭਾਵੇਂ ਕਿ ਕਿਸੇ ਪਰਿਵਾਰ ਨੂੰ ਆਪਣੇ ਪਰਿਵਾਰ ਵਿੱਚ ਰੱਖਣਾ ਇੰਨਾ ਸੌਖਾ ਕੰਮ ਨਹੀਂ ਹੈਗਾ, ਪਰ ਬਹੁਤ ਸਾਰੇ ਫਿਰ ਵੀ ਲੋਕ ਇਹ ਚਾਹੁੰਦੇ ਹਨ ਕਿ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ। ਪਰ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਉਹ ਜ਼ਿਆਦਾ ਜਿਹੜੀ ਅਸੀਂ ਗੱਲ ਕਰਦੇ ਹਾਂ, ਤੁਸੀਂ ਸਕਰੀਨ ਦੇ ਉੱਤੇ ਸਾਡੇ ਪ੍ਰੋਗਰਾਮ ਵੀ ਦੇਖਦੇ ਰਹਿੰਦੇ ਆ ਕਿ ਬੱਚਿਆਂ ਨੂੰ ਖਾਸ ਤੌਰ ਤੇ ਖਾਣੇ ਪੀਣੇ ਦੀਆਂ ਵਸਤਾਂ ਦੀ ਬੜੀ ਹੀ ਦਿੱਕਤ ਆ ਰਹੀ ਆ। ਔਰ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਅਸੀਂ ਕੱਲੇ ਸੈਂਟਰ ਦੇ ਵਿੱਚ ਜਾ ਕੇ ਉਹ ਜਿਹੜੀਆਂ ਸੇਵਾਵਾਂ ਤੁਹਾਡਾ ਦਸਵੰਧ ਸੀ ਉਹ ਵੀ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ। ਔਰ ਦੇਖਦੇ ਆ ਕਿ ਇਸ ਵੇਲੇ ਉੱਥੇ ਕੱਪੜਿਆਂ ਦੇ ਢੇਰ ਲੱਗੇ ਪਏ ਨੇ ਸੰਗਤ ਜੀ। ਉੱਥੇ ਕੱਪੜਿਆਂ ਦੀ ਇਸ ਵੇਲੇ ਸਾਨੂੰ ਮਦਦ ਨਹੀਂ, ਖਾਸ ਤੌਰ ਤੇ ਅਸੀਂ ਬੱਚਿਆਂ ਦੇ ਖਾਣੇ ਦੀ ਗੱਲ ਕਰਦੇ ਹਾਂ ਜਾਂ ਅਸੀਂ ਹਾਈਜੀਨਿਕ ਜਿਹੜੀਆਂ ਆਈਟਮਸ ਹਨ ਉਹਨਾਂ ਦੀ ਗੱਲ ਕਰਦੇ ਹਾਂ। ਇਹ ਇੱਕ ਬਹੁਤ ਹੀ ਦੁਖਦਾਈ ਵਾਕਿਆ ਹੈ ਜਿਹੜੀ ਅਸੀਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਆ ਕਿ ਇਹ ਜੋ ਮਨੁੱਖਤਾ ਦਾ ਜੋ ਇਸ ਵੇਲੇ ਘਾਣ ਹੋ ਰਿਹਾ ਹੈ, ਬੱਚਿਆਂ ਨੂੰ ਬੜੀਆਂ ਪਰੇਸ਼ਾਨੀਆਂ ਨੇ। ਠੰਡ ਦੇ ਦਿਨਾਂ ਦੇ ਵਿੱਚ ਉੱਥੇ ਜਾ ਕੇ ਬੜੀ ਹੀ ਮੁਸ਼ਕਲ ਆਈ ਹੈ ਕਿ ਬਾਰਡਰ ਤੋਂ ਵੀ ਕਈ ਵਾਰੀ ਪਤਾ ਇਹ ਵੀ ਲੱਗਾ ਕਿ 30 ਮੀਲ ਵੀ ਤੁਰਨਾ ਪਿਆ ਕਈ ਲੋਕਾਂ ਨੂੰ। ਖੈਰ ਇਸ ਵੇਲੇ ਜਿਹੜੇ ਖੁਸ਼ ਦੀ ਗੱਲ ਭਾਰਤੀ ਲੋਕਾਂ ਵਾਸਤੇ ਹੋਵੇਗੀ ਕਿ ਉਹਨਾਂ ਦੇ ਜਿਹੜੇ ਨੌਜਵਾਨ ਨੇ, ਜਿਹੜੇ ਬੱਚੇ ਬੱਚੀਆਂ ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਆਏ ਸੀ, ਉਹ ਸਾਰੇ ਆਪੋ ਆਪਣੇ ਘਰਾਂ ਵਿੱਚ ਪਹੁੰਚ ਗਏ ਨੇ। ਕੁਝ ਕੁ ਲੋਕਾਂ ਨੂੰ ਸ਼ਾਇਦ ਮੁਸ਼ਕਲਾਂ ਉੱਥੇ ਆਈਆਂ ਨੇ। ਪਰ ਸੰਗਤ ਜੀ ਅਸੀਂ ਅਪੀਲ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ, ਸਾਰੇ ਦਰਸ਼ਕਾਂ ਨੂੰ, ਜਿੱਥੇ ਵੀ ਦੇਸ਼ ਦੁਰਾਡੇ ਵਿੱਚ ਇਹ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਦੇਸ਼ ਦੇਸ਼ਾਂਤਰਾਂ ਦੇ ਵਿੱਚ, ਉੱਥੋਂ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੁਖੀਆਂ ਦੀ ਬਾਂਹ ਫੜਨ ਵਾਸਤੇ, ਇਹਨਾਂ ਨੂੰ ਬਣਦੀ ਜਿਹੜੀ ਮਦਦ ਹੈ ਪਹੁੰਚਾਉਣ ਵਾਸਤੇ
ਤੁਸੀਂ ਸਿੱਖ ਚੈਨਲ ਦਾ ਜ਼ਰੂਰ ਸਾਥ ਦਿਓ। ਇਹ ਜਿਹੜੀ ਸੇਵਾ ਹੈ ਅਸੀਂ ਆਪਣੇ ਹੱਥੀਂ ਜਾ ਕੇ ਉਹਨਾਂ ਦੇ ਸੈਂਟਰਾਂ ਦੇ ਵਿੱਚ ਜਾ ਕੇ ਦਿੱਤੀ ਹੈ, ਨਾ ਕਿ ਕਿਸੇ ਹੋਰ ਜਥੇਬੰਦੀ ਨੂੰ ਦਿੱਤੀ ਹੈ, ਤੇ ਨਾਲ ਦੀ ਨਾਲ ਸਾਰੀ ਜਿਹੜੀ ਤੁਹਾਨੂੰ ਕਹਾਣੀ ਅਸੀਂ ਉਹ ਦਿਖਾਈ ਹੈ। ਤੇ ਆਓ ਫਿਰ ਅਖੀਰ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਜੋ ਸਿੱਖ ਚੈਨਲ ਦੀ 13ਵੀਂ ਵਰ੍ਹੇਗੰਢ ਆ ਰਹੀ ਹੈ, ਬੜੀਆਂ ਖੁਸ਼ੀਆਂ ਨੇ ਸਾਰੀ ਦੁਨੀਆ ਦੇ ਵਿੱਚ ਕਿ ਸਿੱਖ ਚੈਨਲ ਨੇ ਪਹਿਲਾਂ ਇਹ ਜਿਹੜੀ ਸ਼ੁਰੂਆਤ ਕੀਤੀ ਹੈ, ਤੇ ਐਤਕੀ 1, 2, 3 ਤਰੀਕ ਨੂੰ ਵੁਲਹੈਂਪਟਨ ਦੇ ਗੁਰਦੁਆਰਾ ਈਸ਼ਰ ਠਾਠ ਦਰਬਾਰ ਵਿਖੇ ਇਹ ਜਿਹੜੇ ਸਮਾਗਮ ਰਚਾਏ ਗਏ ਨੇ। ਤੋਂ ਬਹੁਤ ਸਾਰੇ ਕੀਰਤਨੀ ਜਥੇ ਵੀ ਆਏ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ। ਤੋਂ ਸੰਗਤਾਂ ਨੂੰ ਬੇਨਤੀ ਹੈ ਕਿ ਦੂਰ ਦਰਾਡੀਆਂ ਸੰਗਤਾਂ ਨੂੰ ਕਿ ਤੁਸੀਂ ਇਸ ਵੀਕਐਂਡ ਦੇ ਉੱਤੇ 1, 2, 3 ਅਪ੍ਰੈਲ ਨੂੰ ਜ਼ਰੂਰ ਪਹੁੰਚੋ ਗੁਰਦੁਆਰਾ ਠਾਠ ਦਰਬਾਰ ਵਿਖੇ, ਜਿਹੜਾ ਕਿ ਮੈਂਡਰ ਸਟਰੀਟ ਦੇ ਉੱਤੇ ਹੈ। ਤੇ ਉੱਥੇ ਤੁਹਾਨੂੰ ਜਿਹੜੇ ਵੀ ਇਸ ਵੇਲੇ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਨੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਿੱਖ ਚੈਨਲ ਦੀ ਸ਼ੁਰੂਆਤ ਕਿਵੇਂ ਹੋਈ। ਤੇ ਨਾਲ ਦੀ ਨਾਲ ਅਸੀਂ ਸਤਿਗੁਰਾਂ ਦਾ ਵੀ ਧੰਨਵਾਦ ਕਰਾਂਗੇ, ਸ਼ੁਕਰ ਕਰਾਂਗੇ ਕਿ ਸਿੱਖ ਚੈਨਲ ਨੂੰ 14ਵੇਂ ਸਾਲ ਦੇ ਵਿੱਚ ਉਹ ਸ਼ਿਰਕਤ ਕਰਾਉਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਵੇਗਾ। ਤੇ ਨਾਲ ਦੀ ਨਾਲ ਸਾਰੀ ਦੁਨੀਆ ਦੇ ਵਿੱਚ ਵੀ ਜਿੰਨੇ ਵੀ ਸਾਡੇ ਸਹਿਯੋਗੀ ਵੀਰ ਭੈਣ ਭਰਾ ਜਥੇਬੰਦੀਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਇਹ ਜੋ 13ਵੀਂ ਵਰ੍ਹੇਗੰਢ ਹੈ ਇਹਦੇ ਵਿੱਚ ਆਪਣੀਆਂ ਖੁਸ਼ੀਆਂ ਵੀ ਸਾਂਝੀਆਂ ਕਰੋ। ਸੋ ਇਹਦੇ ਵਿੱਚ ਵੀ ਤੁਹਾਡੀਆਂ ਸੇਵਾਵਾਂ ਦੀ ਬਹੁਤ ਲੋੜ ਹੈ ਕਿ 13 ਸਾਲ ਤੋਂ ਸਿੱਖ ਚੈਨਲ, ਭਾਵੇਂ ਅਸੀਂ ਦੇਖਦੇ ਹਾਂ ਕਿ ਹੋਰ ਬਹੁਤ ਸਾਰਾ ਪੰਜਾਬੀ ਮੀਡੀਆ ਵੀ ਹੈ, ਪਰ ਜੋ ਸਿੱਖ ਚੈਨਲ ਨੇ ਜੋ ਪਿਰਤਾਂ ਪਾਈਆਂ ਨੇ ਉਹ ਤੁਸੀਂ ਆਪ ਅੱਖੀਂ ਦੇਖ ਸਕਦੇ ਹੋ ਔਰ ਦੇਖੀਆਂ ਨੇ। ਤੇ ਇਸ ਵੇਲੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਨੂੰ ਕਿ ਤੁਸੀਂ ਇਸ ਸਮਾਗਮ ਦੇ ਵਿੱਚ ਜ਼ਰੂਰ ਪਹੁੰਚੋ। ਬਹੁਤ ਸਾਰੇ ਢਾਡੀ ਪ੍ਰਚਾਰਕ, ਕਥਾਵਾਚਕ, ਵਿਸ਼ਰੀ ਜਥੇ ਆ ਰਹੇ ਨੇ ਤੇ ਕੀਰਤਨੀ ਜਥੇ ਆ ਰਹੇ ਨੇ ਤੇ ਵਿਆਖਿਆਕਾਰ ਵੀ ਆ ਰਹੇ ਨੇ, ਉਹਨਾਂ ਦੇ ਨਾਲ ਵੀ ਤੁਸੀਂ ਸੰਗਤਾਂ ਨੂੰ ਅਸੀਂ ਮਿਲਾਂਗੇ। ਸੋ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਆਪਣਾ ਡਾਇਰੈਕਟ ਡੈਬਿਟ ਨਹੀਂ ਸੈੱਟ ਕੀਤਾ ਉਹ ਵੀ ਜ਼ਰੂਰ ਡਾਇਰੈਕਟ ਡੈਬਿਟ ਜ਼ਰੂਰ ਸੈੱਟ ਕਰਾਓ। ਤੇ ਅਗਰ ਤੁਸੀਂ 5 ਜਾਂ 10 ਪਾਉਂਡ ਦਾ ਕੀਤਾ ਹੈ, ਤੁਹਾਨੂੰ ਪਤਾ ਹੈ ਹੁਣ ਖਰਚੇ ਜ਼ਿਆਦਾ ਵੱਧ ਰਹੇ ਨੇ, ਭਾਵੇਂ 1 ਸਾਲ ਵਾਸਤੇ ਤੁਸੀਂ ਇਹ ਜਿਹੜੇ ਆਪਣੇ ਡਾਇਰੈਕਟ ਡੈਬਿਟ ਨੇ ਉਹਨਾਂ ਦੀ ਜਿਹੜੀ ਮਾਇਆ ਹੈ ਤੁਸੀਂ ਡਬਲ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਹੋਵੇਗਾ। ਤੇ ਨਾਲ ਦੀ ਨਾਲ ਆ ਜੋ ਇਸ ਵੇਲੇ ਅਸੀਂ ਸੰਕਟ ਦੇਖ ਰਹੇ ਹਾਂ ਦੁਨੀਆ ਦੇ ਉੱਤੇ ਅਮਨ ਸ਼ਾਂਤੀ ਨੂੰ, ਇਸ ਸੰਕਟ ਦੇ ਵਿੱਚ ਵੀ ਜਿਹੜਾ ਸਿੱਖ ਚੈਨਲ ਆ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵੇਗਾ। ਸੋ ਸਿੱਖ ਚੈਨਲ ਦੀ ਸਾਰੀ ਟੀਮ ਦੇ ਵੱਲੋਂ ਅਸੀਂ ਸਾਰਿਆਂ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਖਾਸ ਤੌਰ ਦੇ ਉੱਤੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਬੱਲ ਵੱਲੋਂ, ਜਿਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਸਾਰੀਆਂ ਸੰਗਤਾਂ ਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਈਏ। ਤੇ ਨਾਲ ਦੀ ਨਾਲ ਸਾਰੀ ਦੁਨੀਆ ਦੀਆਂ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕਰੀਏ। ਇਹ ਸਾਰਾ ਮਹੀਨਾ ਹੀ ਜਿਹੜੇ ਧਾਰਮਿਕ ਦੀਵਾਨ ਚੱਲਦੇ ਰਹਿਣਗੇ। ਸੋ ਜਿੱਥੇ ਜਿੱਥੇ ਵੀ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਉਹ ਤੁਸੀਂ ਸਿੱਖ ਚੈਨਲ ਦੀ ਟੀਮ ਨੂੰ ਜ਼ਰੂਰ ਫੋਨ ਕਰੋ ਤੇ ਅਸੀਂ ਤੁਹਾਡੇ ਜਿਹੜੇ ਪ੍ਰੋਗਰਾਮ ਨੇ ਉਹ ਸਾਰੀ ਦੁਨੀਆ ਤੱਕ ਦਿਖਾਉਣ ਦਾ ਪੂਰਾ ਯਤਨ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਣਗੀਆਂ, ਖਿਮਾ ਕਰਨਾ। ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਜਿਹੜੀ ਹੋਰ ਜਾਣਕਾਰੀ ਅਸੀਂ ਲੈ ਕੇ ਆਵਾਂਗੇ। ਤੇ ਨਾਲ ਦੀ ਨਾਲ ਕੇਹਰ ਸ਼ਰੀਫ ਦਾ ਵੀ ਤੇ ਬਲਦੇਵ ਸਿੰਘ ਕੰਦੋਲਾ ਦਾ ਵੀ, ਕੇਵਲ ਸਿੰਘ ਜਗਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਪਿਆਰੀਆਂ ਦਰਸ਼ਕਾਂ ਦਾ। ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਨੂੰ ਹਿੰਮਤ ਦਿੱਤੀ ਕਿ ਇਹ ਜਿਹੜੀ ਜਾਣਕਾਰੀ ਜੋ ਸੇਵਾ ਤੁਸੀਂ ਸੰਗਤਾਂ ਨੇ ਬਖਸ਼ੀ ਹੈ ਸਿੱਖ ਚੈਨਲ ਨੂੰ, ਉਸ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਯਤਨਸ਼ੀਲ ਹੈ। ਤੋਂ ਆਓ ਫਿਰ ਵਿਦਾਇਗੀ ਦੀ ਫਤਿਹ ਬੁਲਾਉਂਦੇ ਹਾਂ ਤੇ ਨਾਲ ਦੀ ਨਾਲ ਬੇਨਤੀ ਕਰਦੇ ਹਾਂ ਕਿ ਆਪਣਾ ਜਿਹੜਾ ਮਾਲੀ ਮਦਦ ਹੈ, ਯੋਗਦਾਨ ਹੈ, ਉਸ ਨੂੰ ਜ਼ਰੂਰ ਤੁਸੀਂ ਇਸ ਤਰ੍ਹਾਂ ਜਾਰੀ ਰੱਖਣਾ। ਤੋਂ ਅਖੀਰ ਦੇ ਵਿੱਚ ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਮੰਗਦੇ ਹੋਏ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।